ਰਹੀ ਲਗੈਸੀ ਬਾਦਲ ਪਿੰਡ ਤੋਂ ਮਹਾਰਾਜ ਵਾਲੇ ਸਰਦਾਰਾਂ ਦੀ, ਜਗਮੀਤ ਵੜਿੰਗ ਜੇ ਕਈ ਬੁਲਾਰੇ, ਥੋੜ ਨਾ ਪੱਤਰਕਾਰਾਂ ਦੀ। ਲੋਕ ਸਭਾ ਹਲਕਾ ਫਰੀਦਕੋਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਈ ਪੋਲੀਟੀਸ਼ੀਅਨਸ ਜਿਨ੍ਹਾਂ ਨੇ ਸਟਰਗਲ ਕੀਤੀ ਆ, ਰਾਜਨੀਤੀ 'ਚ ਆਪਣਾ ਨਾਂ ਬਣਾਇਆ, ਉਹਨਾਂ 'ਚੋਂ ਇੱਕ ਨਾਂ ਆਉਂਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ। ਅੱਜ ਸਾਡੇ ਨਾਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ। ਅੱਜ ਦੇ ਪੋਡਕਾਸਟ 'ਚ ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਿਮਰ ਜੀ, ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਜੀ। ਬਰਾੜ ਸਾਹਿਬ ਕਹਾਂ ਕਿ ਵੜਿੰਗ ਸਾਹਿਬ? ਜੋ ਮਰਜ਼ੀ ਕਹਿ ਲਓ, ਬਾਲਿਆਂ ਨੂੰ ਪਤਾ ਨਹੀਂ ਨਾ ਬਰਾੜ। ਮੈਂ ਇਹਦੇ ਪਿੱਛੇ ਵੀ ਕਈ ਕਹਾਣੀਆਂ ਹੈ। ਸੋ ਅੱਜ ਤਾਂ ਸਾਰੇ ਲੋਕ ਮੈਨੂੰ ਵੜਿੰਗ ਦੇ ਨਾਮ ਨਾਲ ਜਾਣਦੇ। ਸੋ ਮੈਨੂੰ ਲੱਗਦਾ ਕਿ ਵੜਿੰਗ ਇਜ਼ ਅ ਬੈਟਰ। ਪਹਿਲਾਂ ਪਿੰਡਾਂ ਦਾ ਨਾਂ ਲਾਉਂਦੇ ਸੀ, ਹੈ ਨਾ? ਹੁਣ ਅੱਜ ਕੱਲ੍ਹ ਨਹੀਂ ਰਿਵਾਜ਼ ਰਿਹਾ ਗਾ। ਹਾਂ, ਕਾਫੀ ਲੋਕ ਪਹਿਲਾਂ ਪਿੰਡ ਦੇ ਨਾਮ ਨਾਲ ਜਾਣੇ ਜਾਂਦੇ ਸੀਗੇ ਜੀ। ਨਹੀਂ, ਹੁਣ ਵੀ ਹੈ। ਇਟਸ ਜਿਵੇਂ ਜਿਹਨੂੰ ਕੰਫਰਟੇਬਲ ਲੱਗਦਾ, ਮੇਰਾ ਖਿਆਲ ਉਸੇ ਤਰ੍ਹਾਂ ਹੀ ਆਪਣੀ ਆਪ ਦੀ ਗੱਲ ਚਲਾ ਲੈਂਦਾ। ਤੁਹਾਡਾ ਨਾਂ ਕਿਹਨੇ ਰੱਖਿਆ ਸੀ? ਅਮਰਿੰਦਰ ਸਿੰਘ। ਮੈਨੂੰ ਮੇਰੇ ਮਾਮਾ ਜੀ ਦੱਸਦੇ ਹੈ ਕਿ ਹਰਚਰਨ ਸਿੰਘ ਹੈਗੇ ਨੇ, ਮੇਰੇ ਤੋਂ 10 ਸਾਲ ਵੱਡੇ ਨੇ। ਉਹ ਕਹਿੰਦੇ ਮੈਂ ਤੇਰੀ ਮਾਂ ਨੂੰ ਕਿਹਾ ਸੀਗਾ ਕਿ ਇਹਦਾ ਨਾਮ ਅਮਰਿੰਦਰ ਸਿੰਘ ਰਾਜਾ ਰੱਖਣਾ ਹੈ। ਸੋ ਮੇਰਾ ਖਿਆਲ ਮੇਰੀ ਮਦਰ ਨੇ ਤੇ ਮਾਮਾ ਜੀ ਹਰਾਂ ਨੇ ਇਹ ਨਾਂ ਦੀ ਜਿਹੜਾ ਰੱਖਿਆ ਅਮਰਿੰਦਰ ਸਿੰਘ ਰਾਜਾ। ਬਾਅਦ 'ਚ ਜੁੜਿਆ ਨਾਂ ਨਾਲ ਜਾਂ ਪਹਿਲਾਂ ਹੀ ਜੁੜ ਗਿਆ ਸੀ? ਨਹੀਂ, ਪਹਿਲਾਂ ਹੀ ਘਰੇ ਮੈਨੂੰ ਰਾਜਾ ਦੇ ਨਾਮ ਨਾਲ ਹੀ ਬੁਲਾਇਆ ਜਾਂਦਾ। ਕੈਪਟਨ ਸਾਹਿਬ ਕਰਕੇ? ਇਸ ਬਾਰੇ ਮੈਂ ਕਦੇ ਚਰਚਾ ਨਹੀਂ ਕੀਤੀ ਬਈ ਕੈਪਟਨ ਸਾਹਿਬ ਕਰਕੇ ਕਿ ਕਿੱਦਾਂ, ਲੇਕਿਨ ਸ਼ੁਰੂ ਤੋਂ ਬਚਪਨ ਤੋਂ ਹੀ ਮੈਨੂੰ ਰਾਜਾ ਕਹਿ ਕੇ ਬੁਲਾਇਆ ਜਾਂਦਾ ਸੀ। ਯਾਰ ਦੋਸਤ ਕੀ ਕਹਿੰਦੇ? ਅਮਰਿੰਦਰ ਸਿੰਘ। ਯਾਰ ਦੋਸਤ ਵੀ ਰਾਜਾ ਹੀ, ਜ਼ਿਆਦਾ ਰਾਜਾ ਹੀ ਕਹਿੰਦੇ ਰਹੇ। ਅਮਰਿੰਦਰ ਸਿੰਘ ਤਾਂ ਬਹੁਤ ਲੋਕ ਘੱਟ ਕਹਿੰਦੇ ਰਹੇ। ਜਦੋਂ ਹੁਣ ਪੋਲੀਟਿਕਸ ਦੇ ਵਿੱਚ ਮੈਂ ਪੈਰ ਰੱਖਿਆ ਤੇ ਫਿਰ ਲੋਕਾਂ ਨੂੰ ਮੇਰੇ ਖਿਆਲ ਜ਼ਿਆਦਾ ਪਤਾ ਲੱਗਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਹੈ। ਛੋਟੇ ਹੁੰਦੇ ਹੀ ਮਤਲਬ ਇੰਟਰਸਟ ਸੀਗਾ ਪੋਲੀਟਿਕਸ 'ਚ ਵੀ? ਪੋਲੀਟੀਸ਼ੀਅਨ ਹੀ ਬਣਨਾ ਇਹ ਸੀਗਾ? ਨਹੀਂ, ਪੋਲੀਟਿਕਸ ਛੋਟੇ ਹੁੰਦੇ ਨੂੰ ਤਾਂ, ਬਹੁਤ ਛੋਟੇ ਨੂੰ ਤਾਂ ਮੈਨੂੰ ਪਤਾ ਨਹੀਂ ਸੀਗਾ। ਬਟ ਸਕੂਲ 'ਚ ਜਦੋਂ ਹੁੰਦੇ ਸੀ ਉਦੋਂ ਵੀ ਬਹੁਤ ਵਾਹਿਗੁਰੂ ਦੀ ਕਿਰਪਾ ਰਹਿੰਦੀ ਸੀ ਕਿ ਜਿਵੇਂ ਕਲਾਸ ਦੇ ਵਿੱਚ ਜੇ 50 ਸਟੂਡੈਂਟਸ ਹੈ ਤਾਂ ਤੁਹਾਨੂੰ ਟੀਚਰ ਜਾਣਦੀ ਹੋਊਗੀ ਕਿ ਇਹ ਚਾਹੇ ਕੋਈ ਫੀਲਡ ਹੁੰਦਾ ਸੀ, ਸ਼ਰਾਰਤੀ ਵਾਲੇ ਪਾਸੇ ਲਾ ਲਓ, ਚਾਹੇ ਕੋਈ ਐਥਲੈਟਿਕ ਵਾਲੇ ਪਾਸੇ ਲਾ ਲਓ, ਮਤਲਬ ਕਿ ਮੇਨ ਉਹਦੇ 'ਚ ਸਟਰੀਮ 'ਚ ਮੈਂ ਰਹਿੰਦਾ ਸੀ ਸਕੂਲ 'ਚ। ਈਵਨ ਕਲਾਸ ਵੀ ਦੂਜੀ ਚੌਥੀ ਕਲਾਸ ਦੇ ਵਿੱਚ ਵੀ ਮੇਰਾ ਖਿਆਲ ਮੈਂ ਛੁਪਿਆ ਰੁਸਤਮ ਜਾਂ ਨਹੀਂ ਸੀ। ਕਈ ਹੁੰਦੇ ਨਾ ਕਿ ਪਤਾ ਨਹੀਂ ਲੱਗਦਾ 50 ਬੱਚਿਆਂ 'ਚ ਕੌਣ ਆ ਬੈਠਾ ਹੈ। ਸੋ ਇਹ ਸੀਗਾ ਨੇਚਰ 'ਚ, ਕੁਦਰਤ ਦੀ ਕਿਰਪਾ। ਸੋ ਇਹ ਸੀਗਾ। ਪੋਲੀਟਿਕਸ 'ਚ ਇੰਟਰਸਟ ਕਦੋਂ ਬਣਿਆ? ਵੀ ਪਹਿਲਾਂ ਬੱਚਾ ਸੋਚਦਾ, ਜਿਵੇਂ ਤੁਸੀਂ ਕਿਹਾ ਛੋਟੇ ਹੁੰਦਿਆਂ ਕੀ ਸੁਪਨਾ ਸੀ, ਕੀ ਬਣਨਾ ਜ਼ਿੰਦਗੀ 'ਚ? ਬਹੁਤ ਛੋਟੇ ਹੁੰਦੇ ਤਾਂ ਕੋਈ ਇਹ ਸੁਪਨਾ ਰੱਖਿਆ ਨਹੀਂ, ਕਿਉਂਕਿ ਸਕੂਲ ਟਾਈਮ ਸਿਮਰ ਸੱਚੀ ਕੋਈ ਸੁਪਨੇ ਨਹੀਂ ਸਨ। ਕਿਉਂਕਿ ਖੇਤੀਬਾੜੀ ਕਰਨੀ ਸੀ? ਖੇਤੀਬਾੜੀ ਵੀ ਨਹੀਂ ਸੀ, ਕਿਉਂਕਿ ਬਹੁਤ ਟੁੱਟੇ ਜੇ ਸੀ ਉਸ ਵੇਲੇ, ਉਨੀ ਸਮਝ ਨਹੀਂ ਸੀ। ਐਵੇਂ ਮੈਂ ਤੁਹਾਨੂੰ ਝੂਠ ਬੋਲਾਂ, ਮੇਰੀ ਮਦਰ ਦੀ ਡੈਥ ਹੋ ਗਈ ਸੀ, ਮੈਂ ਨਾਨਕਿਆਂ ਕੋਲੇ ਜ਼ਿਆਦਾ ਰਿਹਾ। ਐਂਡ ਜਦੋਂ ਬੰਦਾ ਇਸ ਹਾਲਾਤਾਂ 'ਚ ਹੁੰਦਾ ਫਿਰ ਉਹਦੇ ਮੇਰੇ ਖਿਆਲ ਉਹਨੂੰ ਇਹੀ ਹੁੰਦਾ ਕਿ ਸਰਵਾਈਵਲ ਦੀ ਗੱਲ ਹੀ ਹੁੰਦੀ ਹੈ ਉਹਦੇ ਵਾਸਤੇ ਜ਼ਿੰਦਗੀ 'ਚ। ਐਂਡ ਜੇ ਸੱਚੀ ਗੱਲ ਦੱਸੂਗਾ ਤਾਂ ਸ਼ਾਇਦ ਲੋਕ ਉਹਨੂੰ ਕਹਿਣਗੇ ਕਿ ਰਾਜਾ ਵੜਿੰਗ ਬਣਾ ਕੇ ਗੱਲ ਦੱਸ ਰਿਹਾ। ਛੋਟੇ ਹੁੰਦੇ ਤਾਂ ਮੈਂ ਇਹ ਸੋਚਦਾ ਹੁੰਦਾ ਸੀ ਕਿ ਕਿੱਦਾਂ ਚੱਲੇਗਾ, ਸਿਸਟਮ ਕੀ ਹੋਏਗਾ, ਅਸੀਂ ਕਿੱਦਾਂ ਰੋਜੀ ਰੋਟੀ ਚੱਲੇਗੀ। ਔਰ ਕਦੇ ਤਾਂ ਇਹ ਸੋਚਦਾ ਸੀ ਕਿ ਮੈਂ ਅਗਰ ਕੋਈ ਹੋਰ ਕੰਮ ਨਾ ਚੱਲਿਆ ਤਾਂ ਕਿਸੇ ਦੇ ਡਰਾਈਵਰ, ਮੈਂ ਚੰਗੀ ਗੱਡੀ ਚਲਾ ਲੈਂਦਾ, ਸੋ ਮੈਂ ਉਹਦਾ ਫੇਥਫੁਲ ਡਰਾਈਵਰ ਹੋਵਾਂਗਾ। ਸੋ ਮੈਂ ਮਤਲਬ ਕਿ ਠੀਕ ਹੋ ਜਾਊਗਾ, ਮੈਂ ਘਰ ਚਲਾ ਲਾਂ। ਮਤਲਬ ਕਿ ਇੱਦਾਂ ਦੀ ਕਈ ਵਾਰੀ ਮਨ ਦੇ ਵਿੱਚ ਖਿਆਲਾਤ ਆਉਂਦੇ ਸੀ, ਕਿਉਂਕਿ ਹਾਲਾਤ ਜਿਹੜੇ ਸੀ ਉਹ ਬਹੁਤ ਮਾੜੇ ਸਨ। ਬਚਪਨ 'ਚ ਬਹੁਤ ਸਾਰੀਆਂ ਕਠਿਨਾਈਆਂ ਵੇਖਣ ਦਾ, ਸਾਹਮਣਾ ਕਰਨ ਦਾ ਮੌਕਾ ਮਿਲਿਆ। ਸੋ ਇਸ ਕਰਕੇ ਇਹੋ ਜਿਹੇ ਖਿਆਲ ਆਉਂਦੇ ਸਨ। ਬਹੁਤੇ ਪੋਲੀਟਿਕਸ ਦੇ ਹਾਈ ਕਲਾਸ ਖਿਆਲ ਉੱਧਰਲੇ ਪਾਸੇ ਆਉਂਦੇ ਹੀ ਨਹੀਂ, ਬਿਕੋਜ਼ ਜਦੋਂ ਬੰਦਾ ਪੂਰਾ ਹੋ ਜਾਂਦਾ ਹੈ ਫਿਰ ਉਹਦੇ ਖਿਆਲ ਗਾਂਹ ਵੱਧਦੇ ਜਾਂਦੇ ਹੈ। ਸੋ
ਉਦੋਂ ਤਾਂ ਬੇਸਿਕ ਸਰਵਾਈਵਲ ਦੀ ਲੜਾਈ ਸੀਗੀ ਕਿ ਜ਼ਿੰਦਗੀ ਕਿਵੇਂ ਟਪਾਉਣੀ ਹੈ। ਮੈਨੂੰ ਯਾਦ ਹੈ ਕਿ ਅਸੀਂ ਦੋਨੋਂ ਭੈਣ ਭਰਾ ਰਾਤ ਨੂੰ ਵੀ ਕਈ ਵਾਰੀ 2-3 ਵਜੇ ਉੱਠ ਕੇ ਬੈਠ ਜਾਂਦੇ ਸੀ। ਸੋ ਸਾਡੀ ਨਾਨੀ ਫਿਰ ਸਾਨੂੰ ਉਹ ਥਾਪੀਆਂ ਜੀਆਂ ਦੇ ਕੇ ਪਾ ਦਿੰਦੇ ਸੀ। ਨਾਨੀ ਜੀ ਵੀ ਮੇਰੇ ਵਿਧਵਾ ਸੀ ਵਿਚਾਰੇ ਜੀ। ਸੋ ਬੜਾ ਜ਼ੋਰ ਲਾਇਆ ਉਹਨਾਂ ਨੇ ਸਾਡੇ 'ਤੇ। ਬੱਚੇ ਨੂੰ ਆਪਦੀ ਮਦਰ ਦੀ ਯਾਦ ਆਉਂਦੀ ਹੈ 6 ਸਾਲ ਦੀ ਉਮਰ 'ਚ, ਮਾਂ ਬਾਪ ਦੀ। ਸੋ ਮਿਸ ਕਰਦੇ ਸੀ। ਫਿਰ ਉਹਨਾਂ ਨੇ ਕਹਿਣਾ ਨਹੀਂ ਆ ਜੂਗੀ ਤੇਰੀ ਮਾਂ, ਆ ਜੂਗੀ ਤੁਹਾਡੀ ਮਾਂ, ਕਿਤੇ ਗਈ ਵੀ ਹੈ, ਬਿਕੋਜ਼ ਉਦੋਂ ਪਤਾ ਨਹੀਂ ਹੁੰਦਾ ਸੀ ਬੰਦਾ ਕਿੱਥੇ ਜਾਂਦਾ ਹੈ। ਸੋ ਇਹ ਹਾਲਾਤ ਸਨ। ਇਹਨਾਂ ਹਾਲਾਤਾਂ 'ਚ ਤੁਸੀਂ ਬਹੁਤ ਸਾਰੇ ਵੱਡੇ ਸੁਪਨੇ ਜਿਹੜੇ ਆ ਉਹ ਨਹੀਂ ਪਾਲ ਸਕਦੇ ਅਤੇ ਨਾ ਹੀ ਉਹ ਤੁਹਾਨੂੰ ਸੁਪਨੇ ਆਉਂਦੇ ਆ। ਉਦੋਂ ਤਾਂ ਇਹ ਸੀਗਾ ਵੀ ਹੋਇਆ ਕੀ ਹੈ ਸਾਡੇ ਨਾਲ। ਤੁਸੀਂ ਭਾਵੁਕ ਹੋ ਗਏ ਹੈ ਨਾ, ਅਤੇ ਅੱਜ ਮਿਸ ਕਰਦੇ ਹੋ। ਅੱਜ ਐਡਾ ਵੱਡਾ ਮੁਕਾਮ ਕਹਿ ਲਈਏ, ਮਤਲਬ ਮੰਤਰੀ ਵੀ ਰਹਿ ਚੁੱਕੇ ਹੋ ਪਿਛਲੀ ਗੌਰਮੈਂਟ ਦੇ ਵਿੱਚ, ਹੈ ਨਾ। ਤੁਸੀਂ ਕਿਹਾ ਮੈਂ ਸੋਚਦਾ ਸੀ ਵੀ ਡਰਾਈਵਰ ਬਣੂੰਗਾ, ਅੱਜ ਕਾਂਗਰਸ, ਪੰਜਾਬ ਕਾਂਗਰਸ ਨੂੰ ਡਰਾਈਵ ਕਰ ਰਹੇ ਹੋ। ਅੱਜ ਮਾਂ ਦੇ ਖਿਆਲ ਆਉਂਦੇ ਆ, ਮਿਸ ਕਰਦੇ ਹੋ ਉਹਨਾਂ ਨੂੰ? ਮੈਨੂੰ ਲੱਗਦਾ ਸਿਮਰ, ਬਿਲਕੁਲ ਬੰਦਾ ਜਦੋਂ ਵੀ ਕੋਈ ਖੁਸ਼ੀ ਦਾ ਮਕਾਮ ਹੁੰਦਾ ਹੈ ਜਾਂ ਕੋਈ ਦੁੱਖ ਸੁੱਖ ਦੀ ਗੱਲ ਹੁੰਦੀ ਹੈ ਤਾਂ ਫਿਰ ਬੰਦੇ ਨੂੰ ਤੁਹਾਡਾ ਪੁਰਾਣਾ ਸਾਰਾ ਯਾਦ ਆਉਂਦਾ। ਔਰ ਬਿਲਕੁਲ ਲੱਗਦਾ ਹੈ ਤੁਹਾਨੂੰ ਕਿ ਤੁਹਾਡੀ ਮਾਂ ਤੇ ਬਾਪ ਹੁੰਦੇ ਤੇ ਉਹ ਸਾਰਾ ਕੁਝ ਵੇਖਦੇ ਅੱਜ, ਜਿਹੜਾ ਕਿ ਅੱਜ ਕੋਈ ਹੈ ਨਹੀਂ ਵੇਖਣ ਵਾਲਾ। ਹਾਲਾਂਕਿ ਕਿਸੇ ਗੱਲ ਦੀ ਕੋਈ ਕਮੀ ਨਹੀਂ ਛੱਡੀ। ਤੁਹਾਨੂੰ ਇਹਦੇ ਤੇ ਵੀ ਇੱਕ ਕਹਾਣੀ ਸੁਣਾਉਣਾ ਹੈ। ਮੇਰਾ ਇੱਕ ਦੋਸਤ ਹੁੰਦਾ ਸੀ, ਉਹਦਾ ਨਾਮ ਸੀ ਗੁੱਡੂ ਦਾਬੜਾ। ਸੋ ਉਹ ਬਹੁਤ ਚੰਗੇ ਘਰੋਂ ਸੀ ਜੀ, ਅੱਜ ਵੀ ਹੈਗਾ। ਕਾਟਨ ਫੈਕਟਰੀ ਸੀ, ਉਹਨਾਂ ਨਾਲ ਮੇਰਾ ਪੜ੍ਹਦਾ ਸੀ। ਉਹ ਜਦੋਂ ਬਰਥਡੇ ਹੁੰਦਾ ਸੀ ਕਲਾਸ ਦੇ ਵਿੱਚ ਤੇ ਪਤਾ ਲੱਗਦਾ ਸੀ ਵੀ ਮੁੰਡੇ ਦਾ ਜਨਮ ਦਿਨ ਹੈ। ਕਦੇ ਉਹਦੀ ਮਦਰ ਨੇ ਆਉਣਾ, ਮਦਰ ਨੇ ਪੇਸਟਰੀਜ਼, ਸਮੋਸੇ, ਕੈਂਡੀਜ਼, ਚਾਕਲੇਟ, ਫਿਰ ਇੱਕ ਜਿਓਮੈਟਰੀ ਬਾਕਸ ਗਿਫਟ ਦੇਣੇ। ਤੇ ਸਾਡਾ ਬਰਥਡੇ, ਜਿਹੜੀ ਵਿਚਾਰੀ ਨਾਨੀ ਸਾਡੀ ਅਨਪੜ੍ਹ ਸੀਗੀ, ਨਾਨੀ ਵਿਚਾਰੀ ਬਸ ਸਾਨੂੰ ਬਹੁਤ ਪਿਆਰ ਦਿੱਤਾ। ਉਹ ਟੌਫੀਆਂ ਦਾ ਪੈਕੇਟ ਬ੍ਰਿਟਾਨੀਆ ਦਾ ਹੁੰਦਾ ਸੀ, ਉਹ ਸਾਡੇ ਬਰਥਡੇ 'ਤੇ ਸਾਨੂੰ ਨਾਨੀ ਭੇਜ ਦਿੰਦੀ ਸੀ, ਦੇ ਦਿੰਦੀ ਸੀ। ਅਸੀਂ 2-2 ਟੌਫੀਆਂ ਉਹਨਾਂ ਨੂੰ ਵੰਡ ਦਿੰਦੇ ਸੀ ਕਲਾਸ 'ਚ। ਸੋ ਅਸੀਂ ਉਹ ਕਹਿੰਦੇ ਹੁੰਦੇ ਸੀ ਵੀ ਨਜ਼ਾਰਾ ਆ ਗਿਆ। ਉਹ ਗੁੱਡੂ ਦਾਬੜੇ ਦਾ ਅਸੀਂ ਬਰਥਡੇ ਉਡੀਕਦੇ ਰਹਿੰਦੇ ਸੀ ਵੀ ਇਹਦਾ ਜਨਮ ਦਿਨ ਆਏਗਾ। ਐਂਡ ਮੈਨੂੰ ਇੱਕ ਦਿਨ ਕਹਿਣ ਲੱਗਿਆ ਕਿ ਰਾਜੇ, ਬਿਕੋਜ਼ ਮੈਂ ਥੋੜ੍ਹਾ ਕੱਦ ਕਾਠ, ਥੋੜ੍ਹਾ ਸਮਾਰਟ ਹੁੰਦਾ ਸੀ ਕਲਾਸ ਦੇ ਵਿੱਚ, ਟੀਚਰ ਮੇਰੀ ਗੱਲ ਮੰਨਦੇ ਸੀ। ਐਂਡ ਆਈ ਯੂਜ਼ ਟੂ ਲੀਡ ਦਾ ਕਲਾਸ ਇਨ ਐਨੀ ਫਾਰਮ, ਕਿ ਚਾਹੇ ਉਹ ਸਮਝਦੇ ਵੀ ਜੇ ਇੱਕ ਪਾਸੇ ਹੋਣਾ ਹੈ, ਲੜਨਾ ਹੈ ਜਾਂ ਕੋਈ ਗੱਲ ਵੀ ਕਰਨੀ ਹੈ ਤਾਂ ਸਾਰੇ ਮੇਰੀ ਸਟੂਡੈਂਟਸ ਗੱਲ ਮੰਨ ਲੈਂਦੇ ਸੀ ਜੀ। ਅਤੇ ਟੌਰ ਟੱਪੇ ਨਾਲ ਮੈਂ ਕੱਪੜੇ ਕੁਪੜੇ ਵੀ ਜੱਚਦੇ ਹੁੰਦੇ ਸੀ। ਮੈਂ ਉਹ ਡਰਮ ਵਜਾਉਂਦਾ ਹੁੰਦਾ ਸੀ ਸਕੂਲ ਦਾ। ਅਤੇ ਮੈਨੂੰ ਉਹ ਕਹਿੰਦਾ ਯਾਰ ਤੇਰੇ 'ਚ ਕੋਈ ਕਮੀ ਨਹੀਂ, ਕਈ ਸੋਹਣੇ ਨਹੀਂ ਹੈ ਲੋਕ, ਐਂਡ ਜੇ ਸੋਹਣੇ ਹੈ ਤਾਂ ਉਹਨਾਂ ਦੀ ਗੱਲਬਾਤ ਹੈ ਨਹੀਂ, ਅਤੇ ਜੇ ਗੱਲਬਾਤ ਹੈਗੀ ਹੈ ਤਾਂ ਉਹਨਾਂ ਨੂੰ ਕੋਈ ਗੱਲ, ਮਤਲਬ ਕਿ ਯੂ ਆਰ ਏ ਪਰਫੈਕਟ ਮੈਨ। ਨਹੀਂ, ਰੱਬ ਨੇ ਕਿਸੇ ਨੂੰ ਹਰ ਚੀਜ਼ ਰੱਬ ਦਿੰਦਾ ਨਹੀਂ ਕਿਸੇ ਨੂੰ ਜੀ। ਸੋ ਮੈਨੂੰ ਪਤਾ, ਮੈਂ ਅੰਦਰ ਹੀ ਅੰਦਰ ਸੋਚ ਰਿਹਾ ਸੀ ਵੀ ਜਿਹੜੀ ਕਮੀ ਮੇਰੇ ਕੋਲੇ ਹੈ, ਬਿਕੋਜ਼ ਮੇਰੇ ਨਾਨਕਿਆਂ ਨੇ ਮੈਨੂੰ ਚੰਗਾ ਪਾਲਿਆ ਪੋਸਿਆ, ਵਧੀਆ। ਮੈਂ ਹਰ ਸਾਲ ਸਾਈਕਲ ਬਦਲਦਾ, ਸਾਈਕਲ 'ਤੇ ਸਕੂਲ ਜਾਂਦਾ ਸੀ। ਮੇਰੀ ਨਾਨੀ ਮਾਮਾ ਨਵਾਂ ਸਾਈਕਲ ਲੈ ਕੇ ਦਿੰਦੇ ਸੀ। ਸੋ ਮੈਂ ਕਿਹਾ ਜਿਹੜੀ ਕਮੀ ਮੇਰੇ ਕੋਲੇ ਹੈ ਉਹ ਕਿਸੇ ਕੋਲੇ ਨਹੀਂ ਹੈ, ਬਿਕੋਜ਼ ਮੇਰੇ ਕੋਲ ਮੇਰੀ ਮਾਂ ਹੈ ਨਹੀਂ, ਮੇਰੇ ਕੋਲ ਮੇਰਾ ਬਾਪ ਹੈ ਨਹੀਂ। ਸੋ ਬਹੁਤੇ ਸੁਪਨੇ ਫਿਰ ਸਿਮਰ ਰੱਖੇ ਨਹੀਂ, ਬਟ ਕੁਦਰਤ ਨੇ ਇੰਨਾ ਸਾਥ ਦਿੱਤਾ।
ਮੈਂ ਜਪਜੀ ਸਾਹਿਬ ਮੂੰਹ ਜ਼ੁਬਾਨੀ ਅਸੀਂ ਨਿੱਕੇ ਨਿੱਕੇ ਹੁੰਦੇ ਕਰਦੇ ਨੇ, ਕੀਰਤਨ 16 ਸੁਖਮਨੀ ਸਾਹਿਬ ਨਹੀਂ ਕੀਤਾ, ਰਾਏ ਰਾਏ ਸਾਹਿਬ। ਮੈਂ ਮੇਰੇ ਨਾਲ ਇੱਕ ਵਾਰ ਦਿਨ ਚਰਨਪ੍ਰੀਤ ਇੱਥੇ ਗਿਆ ਪ੍ਰੋਗਰਾਮ ਤੇ ਗੁਰਦੁਆਰਾ ਸਾਹਿਬ ਦੇ ਵਿੱਚ, ਕਹਿੰਦੇ ਉੱਥੇ ਪਾਠ, ਨਵਾਂ ਸਾਲ ਸੀਗਾ ਵੀ ਨਵੇਂ ਸਾਲ ਵਾਲੇ ਦਿਨ ਗੁਰਦੁਆਰੇ ਸੋਸ਼ਲ ਮੀਡੀਆ ਦਾ ਯੁੱਗ ਹੈ, ਲੋਕ ਕਹਿੰਦੇ ਕਿ ਹਰ ਚੀਜ਼ ਸਾਨੂੰ ਦੱਸੋ ਵੀ ਤੁਸੀਂ ਕੀ ਕਰਦੇ ਹੋ, ਕਿੱਥੇ ਗਏ ਹੋ। ਨਵੇਂ ਸਾਲ ਵਾਲੇ ਦਿਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਤੇ ਮੈਨੂੰ ਗੁਟਕਾ ਸਾਹਿਬ, ਮੈਂ ਕਿਹਾ ਚਲੋ ਪਾਠ ਕਰਦੇ ਹਾਂ। ਸੋ ਮੈਂ ਪਾਠ ਕਰ ਰਿਹਾ ਸੀ ਤਾਂ ਇਹ ਮਹਿਸੂਸ ਕਰ ਰਹੇ ਸੀ ਵੀ ਤੂੰ ਕਿੱਦਾਂ, ਉਹ ਮੈਨੂੰ ਪੂਰਾ, ਹੁਣ ਮੈਂ ਕਦੇ ਪਾਠ ਨਹੀਂ ਕੀਤਾ, ਮੈਂ ਕਦੇ ਪਾਠ ਨਹੀਂ ਕੀਤਾ, ਮਗਰਲੇ ਕਰ ਲਿਆ ਹੋਣਾ ਕੋਈ 10 ਵਾਰੀ, ਬਟ ਐ ਰੂਟੀਨ 'ਚ, ਪਹਿਲਾਂ ਮੈਂ ਰੂਟੀਨ 'ਚ ਪਾਠ ਕਰਦਾ ਹੁੰਦਾ ਸੀ ਬਚਪਨ 'ਚ, ਕਿਉਂਕਿ ਉਹ ਬਿਪਤਾਵਾਂ ਸਨ, ਜਦੋਂ ਬੰਦਾ ਦੁੱਖ 'ਚ ਹੁੰਦਾ ਉਦੋਂ ਪਾਠ ਯਾਦ ਆਉਂਦਾ ਕਿ ਸ਼ਾਇਦ ਬਾਬਾ ਜੀ ਇਹ ਇੱਕ ਚੀਜ਼ ਮੋੜ ਲਿਆਉਣ, ਤੇ ਜਦੋਂ ਬੰਦਾ ਸੁੱਖ 'ਚ ਹੁੰਦਾ ਫਿਰ ਬਾਬਾ ਜੀ ਨੂੰ ਤੁਸੀਂ ਲੋਕ ਭੁੱਲ ਜਾਂਦੇ ਹੋ। ਸੋ ਮੈਂ ਮੂੰਹ ਜ਼ਬਾਨੀ ਉੱਥੇ ਪਾਠ ਕਰ ਰਿਹਾ ਸੀ, ਇਹ ਹੈਰਾਨ ਸੀ ਵੀ ਤੂੰ ਕਿੱਦਾਂ ਹੈ, ਸਾਨੂੰ ਵੀ ਨਹੀਂ ਆਉਂਦਾ, ਬਿਕੋਜ਼ ਅਸੀਂ ਗੁਟਕਾ ਸਾਹਿਬ ਤੋਂ ਫੜ ਕੇ ਕਰਦੇ ਹਾਂ। ਸੋ ਕਹਿਣ ਦਾ ਮਤਲਬ ਕਿ ਬਹੁਤ ਔਖਾ ਦੌਰ ਵੇਖਿਆ, ਬਹੁਤ ਮਾੜਾ ਸਮਾਂ ਵੇਖਿਆ। ਸੋ ਉਹਨੇ ਬੜਾ ਕੁਝ ਸਿਖਾਇਆ। ਮੈਂ ਸਿਮਰ ਜੀ, ਮੇਰੀ ਨਾਨੀ ਮੈਨੂੰ 5 ਵਜੇ ਉਠਾ ਲੈਂਦੀ ਸੀ। ਮੈਂ ਹੁਣ ਆਪਦੇ ਮੁੰਡੇ ਨੂੰ ਕਈ ਵਾਰੀ ਉਦਾਹਰਨ ਦਿੰਦਾ, ਉਹ 10 ਵਜੇ 8 ਵਜੇ 9 ਵਜੇ ਉੱਠਦਾ ਹੈ, ਤੇ ਜਦੋਂ ਉਠਾਉਣਾ ਤੇ ਫਿਰ ਕਰਦਾ। ਸੋ ਮੇਰੀ ਨਾਨੀ ਬੜੀ ਸਖਤ ਸੀਗੀ। ਉਹਨੇ ਮੇਰੇ, ਇੱਕ ਦਿਨ ਮੈਂ ਸੁੱਤਾ ਪਿਆ ਸੀ, ਉਹਨੇ ਆਵਾਜ਼ ਮਾਰੀ ਤੇ ਮੈਨੂੰ ਉਹਨੇ ਕਿਹਾ ਵੀ ਰਾਜੇ, ਮੈਂ ਉੱਠਿਆ ਨਹੀਂ, ਥੱਪੜ ਸੁੱਤੇ ਪਏ ਦੇ ਮੂੰਹ ਤੇ। ਆਈ ਯੂਜ਼ ਟੂ ਥਿੰਕ ਯਾਰ ਮੇਰੀ ਨਾਨੀ ਮੇਰੀ ਮਾਂ ਹੈ ਨਹੀਂ, ਇਸ ਕਰਕੇ ਮੈਨੂੰ ਮਾਰਦੀ ਹੈ। ਉੱਠ ਪਈ, ਚੱਲ ਮੱਝ ਚੋਣ ਚੱਲਣੀ। ਤੇ ਮੈਨੂੰ ਪਤਾ ਹੈ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਕਿੱਥੇ ਪਤਾ ਹੈ ਜਿਹੜੇ ਹੈਗੇ, ਕਿਉਂਕਿ ਪੋਲੀਟੀਸ਼ੀਅਨਸ ਦੇ ਮੁੰਡੇ, ਵੱਡੇ ਲੋਕਾਂ ਦੀਆਂ ਸੁੱਖ ਸਹੂਲਤਾਂ, ਮੈਨੂੰ ਪਤਾ ਮੈਂ ਮੱਝ ਦੀ ਪੂਛ ਬੰਨ੍ਹਦਾ ਸੀ। ਮੈਨੂੰ ਪਤਾ ਮੈਂ ਪੁੱਛਦਾ ਸੀ, ਨਾਨੀ ਜੀ ਮੱਝ ਦੀ ਪੂਛ ਮੇਰੇ ਤੋਂ ਕਿਉਂ ਬਣਾਉਣੇ? ਕਹਿੰਦੀ ਪੁੱਤੇ, ਜਦੋਂ ਫਿਰ ਮੈਂ ਦੁੱਧ ਚੋਂਗੀ, ਇਹ ਪੂਛ ਹਿੱਲੂਗੀ ਤੇ ਦੁੱਧ ਫਿਰ ਇਹਦੇ ਛਿੱਟੇ ਜਾਂ ਗੋਹਾ ਮੇਰੀ ਬਾਲਟੀ 'ਚ ਡਿੱਗੂ, ਫਿਰ ਉਹ ਥੱਲਿਓ ਮੱਝ ਦੇ ਥਣ ਥੁਣ ਧੋਣੇ ਪਾਈਪ ਨਾਲ। ਤੇ ਮੈਂ ਸੋਚਦਾ ਸੀ, ਮੈਂ ਕਿਹਾ ਯਾਰ ਇਹ ਨਾਨੀ ਮੈਨੂੰ ਤੰਗ ਕਰਦੀ ਹੈ, ਮੇਰੀ ਮਾਂ ਹੈ ਨਹੀਂ। ਪਰ ਮੈਨੂੰ ਨਾਨੀ ਨੇ ਕਹਿਣਾ, ਨਹੀਂ ਮੈਂ ਤੈਨੂੰ ਸਿਖਾ ਰਹੀ ਹਾਂ, ਸ਼ਾਇਦ ਤੇਰੇ ਤੇ ਕਦੇ ਵਿਪਤਾ ਆਵੇ ਤਾਂ ਤੂੰ ਇਹਨਾਂ ਸਾਰੀਆਂ ਚੀਜ਼ਾਂ ਨਾਲ ਲੜਾਈ ਲੜ ਸਕੇ। ਸੋ ਮੈਂ ਆਪਦੇ ਮੁੰਡੇ ਨੂੰ ਇਹ ਦੱਸਦਾ ਹੁੰਦਾ ਕਿ ਮੇਰੀ ਨਾਨੀ ਦਾ ਇੰਨਾ ਟੈਰਰ ਸੀ, ਤੂੰ ਮੇਰੇ ਤੋਂ ਡਰਦਾ ਨਹੀਂ ਹੈ। ਮੇਰੀ ਨਾਨੀ ਉਸ ਤੋਂ ਬਾਅਦ, ਉਹ ਥੱਪੜ ਮਾਰੇ ਤੋਂ ਬਾਅਦ, ਕਦੇ ਨਾਨੀ ਕਹਿੰਦੀ ਸੀ ਰਾਜੇ, ਤੇ ਰਾਜਾ ਉੱਠ ਕੇ ਥੱਲੇ ਖੜਾ ਹੋ ਜਾਂਦਾ ਸੀ। ਸੋ ਇਹ ਸਾਰੇ ਘੱਲੂਘਾਰੇ ਚੋਂ ਲੰਘ ਕੇ ਸੱਚੇ ਪਾਤਸ਼ਾਹ ਨੇ, ਸ਼ੁਕਰਾਨਾ ਨਹੀਂ ਮੈਂ ਕਰ ਸਕਦਾ ਯਾਰ ਰੱਬ ਦਾ, ਆਮ ਤੌਰ ਤੇ ਨਾ ਸੱਚੇ ਪਾਤਸ਼ਾਹ ਦਾ। ਐਂਡ ਮੈਨੂੰ ਲੋਕ ਬਹੁਤ ਇਹ ਸਮਝਦੇ ਕਿ ਰਾਜਾ ਬੜਾ ਹਾਰਡ ਹੈ, ਬਈ ਰਾਜਾ ਬੜਾ ਫਲਾਨਾ ਹੈ। ਜਿੰਨਾ ਮੈਂ ਦਿਲ ਦਾ ਸੌਫਟ ਆਦਮੀ, ਸ਼ਾਇਦ ਹੀ ਕੋਈ ਨਾ ਹੋਵੇ। ਅਮਰਤਾ ਜੀ ਕਹਿੰਦੇ ਹੁੰਦੇ ਨਾ, ਰਾਜਾ ਦਿਲ ਦਾ ਵੀ ਰਾਜਾ ਨਹੀਂ, ਬਹੁਤੇ ਲੋਕ ਤੁਹਾਨੂੰ ਬਿਨਾਂ ਜਾਣੇ, ਬਿਨਾਂ ਪਛਾਣੇ ਤੁਹਾਡੇ ਬਾਰੇ ਛਵੀ ਬਣਾ ਲੈਂਦੇ ਆ, ਐਂਡ ਤੁਸੀਂ ਉਸ ਬੰਦੇ ਦੇ ਬਾਰੇ ਕਦੇ ਮਿਲੇ ਹੀ ਨਹੀਂ ਹੁੰਦੇ। ਤੇ ਸਿਮਰ, ਤੁਸੀਂ ਉਹਨੂੰ ਪਤਾ ਹੀ ਨਹੀਂ ਉਹਦੇ ਬਾਰੇ ਕੀ ਕੀ ਸੋਚੀ ਜਾਂਦੇ ਹੋ। ਉਹ ਐਂ ਕਹਿੰਦੇ ਨਾ, ਪੋਲਿਟਿਕਸ ਇਜ਼ ਪਰਸੈਪਸ਼ਨ ਦੈਨ ਨਥਿੰਗ। ਹਾਂ, ਮੈਂ ਕਹਿੰਦਾ ਪਰਸੈਪਸ਼ਨ ਹੁੰਦੀ ਨਾ, ਮੈਂ ਕਹਿੰਦਾ ਉਹਦੇ ਬਾਰੇ ਤੁਸੀਂ ਸੋਚੀ ਜਾਂਦੇ ਆ ਵੀ ਕਿੱਦਾਂ। ਮੇਰੇ ਕਈ ਵਾਰੀ ਹਲਕੇ 'ਚ ਬੰਦੇ ਕਿਸੇ ਨੂੰ 57 'ਚ ਫੜਾ ਦਿੰਦੇ ਸੀ ਨਾ, ਬਗਾਨੇ ਨੂੰ। ਮੇਰੇ ਨੂੰ ਕਈ ਵਾਰੀ ਲਾਂਭੇ ਦਿੱਤੇ ਪਿੰਡ ਦੇ ਲੋਕਾਂ ਨੇ, ਤੇ ਮੈਂ SHO ਨੂੰ ਕਹਿੰਦਾ ਸੀ, ਯਾਰ ਭਾਈ ਸਾਹਿਬ ਇਹਨੂੰ ਵਿਚਾਰੇ ਨੂੰ ਜਿਹਨੂੰ ਫੜਾਤਾ ਧੱਕੇ ਨਾਲ 57 'ਚ, ਇਹਨੂੰ ਕਿਰਪਾ ਕਰਕੇ ਆਪਦੇ ਕੋਲੇ ਪਾ ਲਿਓ, ਜਾਂ ਇਹਨੂੰ ਤੰਗ ਨਾ ਕਰਿਓ। ਹਾਲਾਂਕਿ ਉਹ ਮੇਰਾ ਪੱਕਾ ਲੜਾਈਕਾਰ ਬਣ ਗਿਆ ਕਿ ਜਿਹਨੂੰ ਮੈਂ ਫੜਾਇਆ, ਬਟ ਮੇਰੇ ਮਨ 'ਚ ਇਹ ਮਹਿਸੂਸ ਹੁੰਦੀ ਸੀ, ਮੈਨੂੰ ਰਾਤ ਨੂੰ ਟੈਨਸ਼ਨ ਹੁੰਦੀ ਸੀ ਕਿ ਮੇਰੇ ਪਿੰਡ ਵਾਲਿਆਂ ਨੇ ਕਹਿ ਕੂ ਕੇ ਉਹਨੂੰ ਫੜਵਾਤਾ, ਨਿਬੜ ਜਾਂਦਾ ਤਾਂ ਚੰਗਾ ਸੀ। ਉਹ ਰਾਤ ਨੂੰ ਆਪਦੇ ਬੱਚਿਆਂ ਤੋਂ ਦੂਰ ਹੋਏਗਾ, ਉਹ ਮੇਰੇ ਬਾਰੇ ਕੀ ਸੋਚ ਰਿਹਾ ਹੋਏਗਾ। ਤੇ ਮੈਂ ਕਹਿੰਦਾ ਸੀ, ਮੈਂ ਕਿਹਾ ਪਲੀਜ਼ ਉਹਨੂੰ ਤਕਲੀਫ ਨਾ। ਹਾਲਾਂਕਿ ਇਹ ਨਹੀਂ ਕਿ ਮੈਂ, ਉਹ ਪੱਕੀ ਗੰਢ ਪਾ ਲੈਂਦਾ ਕਿ ਰਾਜੇ ਨੇ ਕਹਿ ਕੇ ਆਪਦੇ ਬੰਦਿਆਂ ਦੇ ਕਹਿਣ ਤੇ ਮੈਨੂੰ ਫੜਾਤਾ ਮਾੜੀ ਮੋਟੀ ਲੜਾਈ 'ਚ। ਸੋ ਮੈਂ ਇਹ ਮਹਿਸੂਸ ਕਰਦਾ ਰਹਿੰਦਾ ਕਿ ਨਹੀਂ ਯਾਰ, ਇਹ ਗਲਤ ਹੋ ਗਿਆ ਕੰਮ, ਇਹ ਨਹੀਂ ਹੋਣਾ ਚਾਹੀਦਾ। ਤੁਹਾਨੂੰ ਤਾਂ ਲੱਗਦਾ ਵੀ ਜਿਵੇਂ ਤੁਸੀਂ ਕਿਹਾ ਕਿ ਵੀ ਬੱਚਿਆਂ ਤੋਂ ਦੂਰ ਹੋ ਗਿਆ, ਵੀ ਤੁਸੀਂ ਛੋਟੇ ਹੁੰਦੇ ਤੁਹਾਡੇ ਮਮ ਡੈਡ ਤਾਂ ਵੀ ਸਿਮਰ, ਇਹ ਵੀ ਮੈਂ ਨਹੀਂ, ਉਹ ਦਿਲ ਦੀ ਨਰਮਾਈ ਦਾ ਕਾਰਨ ਹੀ ਇਹ ਹੈ। ਅਦਰਵਾਈਜ਼ ਮੈਂ ਵੇਖਿਆ ਕਿ ਬਹੁਤ ਲੋਕ ਗੁੱਸੇ ਬਹੁਤ, ਮੈਂ ਗੁੱਸਾ ਮੈਨੂੰ ਵੀ ਬਹੁਤ ਆਉਂਦਾ ਹੈ, ਬਹੁਤ ਆਉਂਦਾ ਗੁੱਸਾ, ਮੈਨੂੰ ਚੜ੍ਹ ਕੇ ਗੁੱਸਾ ਆਉਂਦਾ।
ਪਰ ਮੈਂ ਚੜ ਕੇ ਹੀ 15 ਮਿੰਟਾਂ ਬਾਅਦ ਮੇਰਾ ਗੁੱਸਾ ਉਸ ਬੰਦੇ ਦੇ ਪ੍ਰਤੀ, ਕਦੇ ਦਿਲ ਦੇ ਵਿੱਚ ਕੋਈ ਗ੍ਰਜੇਸ, ਕੋਈ ਫਲਾਂ, ਕਿ ਇਹਨੂੰ ਉਸ ਜਗ੍ਹਾ ਤੱਕ ਪਹੁੰਚਾਉਣਾ। ਕਈ ਲੋਕ ਤੁਹਾਨੂੰ ਪਿੱਛਾ ਕਰਦੇ ਤੁਹਾਨੂੰ ਮਾਰਨ ਵਾਸਤੇ, ਕਿ ਇਹਨੂੰ ਮੈਂ ਖਤਮ ਕਰ ਦੇਣਾ। ਇਹ ਮੇਰੀ ਤਬੀਅਤ ਕਦੇ ਜ਼ਿੰਦਗੀ 'ਚ ਨਹੀਂ ਕਿਸੇ, ਔਰ ਸ਼ਾਇਦ ਇਹ ਜਿਹੜੇ ਰੰਗ ਭਾਗ ਲੱਗੇ ਆ, ਬਿਕੋਜ਼ ਕਿਸੇ ਨੂੰ ਤਾਂ ਨਹੀਂ ਪਤਾ ਤੁਹਾਡੇ ਦਿਲ 'ਚ ਕੀ ਹੈ ਸਿਮਰ, ਕਿਸੇ ਨੂੰ ਨਹੀਂ ਪਤਾ। ਤੁਸੀਂ ਪਾਠ ਕਰਦੇ ਹੋ ਤੇ ਤੁਹਾਡੇ ਮਨ 'ਚ ਕਿਸੇ ਦੇ ਪ੍ਰਤੀ ਹਯਾ ਦਇਆ ਹੀ ਨਹੀਂ ਹੈ, ਤੁਸੀਂ ਕਿਸੇ ਨੂੰ ਮਾਫ ਹੀ ਨਹੀਂ ਕਰ ਸਕਦੇ, ਤੁਸੀਂ ਕਿਸੇ ਨੂੰ ਭੁੱਲ ਹੀ ਨਹੀਂ ਸਕਦੇ, ਤਾਂ ਮੇਰਾ ਖਿਆਲ ਰੱਬ ਤੁਹਾਡੇ ਤੇ ਕਿਰਪਾ ਨਹੀਂ ਕਰਦਾ। ਸੋ ਮੈਂ ਹਮੇਸ਼ਾ ਇਹ ਸੋਚਦਾ ਕਿ ਮੇਰੇ ਤੇ ਇੱਥੋਂ ਤੱਕ ਕਿਰਪਾ ਜਿਹੜੀ ਹੋਈ ਹੈ, ਪ੍ਰਧਾਨ ਬਣਨਾ 44 ਸਾਲ ਦੀ ਉਮਰ 'ਚ, ਮੈਂ ਆਲ ਇੰਡੀਆ ਦਾ ਪ੍ਰਧਾਨ ਰਹਿ ਗਿਆ ਸਿਮਰ। ਕਿੰਨੇ ਮੁੱਖ ਮੰਤਰੀਆਂ ਦੇ ਕਾਕੇ, ਕਿੰਨੇ ਮੰਤਰੀਆਂ ਦੇ ਕਾਕੇ, ਕਿੰਨੇ ਵੱਡੇ ਵੱਡੇ ਰਜਵਾੜੇ, ਹਜ਼ਾਰ ਏਕੜ ਵਾਲੇ, ਖਾਸ ਕਰਕੇ ਫਰੀਦਕੋਟ ਜ਼ਿਲ੍ਹੇ ਦੀ ਤੁਸੀਂ ਜਿਹੜੀ ਕਵਿਤਾ ਸੁਣਾਈ ਹੈ ਬਹੁਤ ਸੋਹਣੀ, ਇਹ ਤਾਂ ਮਤਲਬ ਕਿ ਸਾਰੇ ਰਜਵਾੜੇ ਹੈ, ਮਤਲਬ ਕਿ ਇੱਕ ਚੁਣ ਕੇ ਬੰਦੇ ਦੇ ਵਿੱਚ ਰਾਜਨੀਤੀ ਹੈ। ਤੇ ਮੈਨੂੰ ਇੱਥੇ ਲਿਆ ਕੇ ਖੜਾ ਕਰਤਾ, ਆਲ ਇੰਡੀਆ ਦਾ ਪ੍ਰਧਾਨ ਰਿਹਾ, ਪੰਜਾਬ ਦਾ ਪ੍ਰਧਾਨ ਬਣ ਗਿਆ, ਤੀਜੀ ਵਾਰੀ ਜਦੋਂ ਸਾਰੀ ਦੁਨੀਆ ਹਾਰ ਗਈ ਉਦੋਂ ਫਿਰ ਰਾਜਨ। ਇਹ ਮੈਂ ਨਹੀਂ ਜਿੱਤਿਆ, ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ, ਸੱਚੇ ਪਾਤਸ਼ਾਹ ਬਾਬੇ ਨਾਨਕ ਦੀ ਬਹੁਤ ਅਪਾਰ ਕਿਰਪਾ ਹੈ। ਮੈਂ ਲੋਕ ਕਈ ਵਾਰੀ ਕਹਿੰਦੇ ਕਿ ਰਾਜਾ ਵੜਿੰਗ ਸਿੱਖੀ ਦੇ ਖਿਲਾਫ ਹੈ, ਫਲਾਂ ਹੈ, ਜਿੰਨਾ ਮੈਂ ਆਈ ਫੀਲ ਕਿ ਮੈਂ ਸਿੱਖ ਹਾਂ, ਮੈਨੂੰ ਇਸ ਗੱਲ ਦਾ ਮਾਣ ਹੈ। ਕਦੇ ਮੈਂ ਨੌਨ ਵੈਜ, ਸ਼ਰਾਬ, ਮੀਟ, ਕੋਈ ਐਸੀ ਚੀਜ਼ ਨਹੀਂ। ਔਰ ਜਿੰਨਾ ਮੈਂ ਬਾਬਾ, ਜ਼ਰੂਰੀ ਨਹੀਂ ਹੈ ਕਿ ਇਕੱਲੇ, ਬਹੁਤ ਚੰਗੀ ਗੱਲ ਹੈ ਜੇ ਗੁਰੂ ਦੇ ਤੁਸੀਂ ਬਾਣੇ 'ਚ ਰਹੋ। ਸੋ ਮੈਂ ਆਪਣੀ ਵੱਖਰੀ ਤਬੀਅਤ ਹੈ, ਔਰ ਮੈਨੂੰ ਲੱਗਦਾ ਕਿ ਰੱਬ ਤੁਹਾਡੀ ਜੇ ਨੀਅਤ ਚੰਗੀ ਹੈ ਤਾਂ ਤੁਹਾਡੇ ਤੇ ਕਿਰਪਾ ਕਰਦਾ ਰਹਿੰਦਾ ਹੈ। ਇਲਤਾਂ ਕੀਤੀਆਂ ਛੋਟੇ ਹੁੰਦੇ? ਮੈਂ ਆਪਦੀ ਘਰ ਵਾਲੀ ਨੂੰ ਕਹਿਣਾ, ਉਹ ਮੈਨੂੰ ਕਹਿੰਦੀ ਤੇਰਾ ਮੁੰਡਾ ਬਹੁਤ ਸ਼ਰਾਰਤੀ ਹੈ। ਔਰ ਟੂ ਬੀ ਵੈਰੀ ਓਨੈਸਟ, ਵਾਕਈ ਮੇਰਾ ਮੁੰਡਾ ਬਹੁਤ ਸ਼ਰਾਰਤੀ ਹੈ। ਅੱਜ ਵੀ ਪ੍ਰਿੰਸੀਪਲ ਨੇ ਸੱਦੇ ਵੀ ਹੈ ਮੇਰੀ ਘਰ ਵਾਲੀ ਨੂੰ, ਤੇ ਮੈਂ ਕਿਹਾ ਚੌਥੇ ਪੰਜਵੇਂ ਦਿਨ ਵਿਚਾਰੀ ਜਾਂਦੀ ਹੈ ਰੋਜ਼ ਜੀ, ਤੇ ਕਮਾਲ ਦਾ ਬਈ ਉਹ ਹੈਗਾ। ਫਿਰ ਜਦੋਂ ਮੈਂ ਆਪਦੀ ਘਰ ਵਾਲੀ ਨੂੰ ਕਦੇ ਬੈਠ ਕੇ ਗੱਲ ਸੁਣਾਉਂਦਾ ਹੈ ਵੀ ਇਹ ਮੇਰੇ ਤੋਂ ਤੀਜੇ ਹਿੱਸੇ 'ਚ ਵੀ ਨਹੀਂ ਆਉਂਦਾ ਜਿੰਨਾ ਮੈਂ ਸ਼ਰਾਰਤੀ ਸੀਗਾ। ਸ਼ਰਾਰਤੀ ਇੱਲਤਾਂ ਤਾਂ ਇੱਲਤ, ਉਹ ਜੇ ਕੋਈ ਸਕੂਲ 'ਚ ਕੋਈ ਗੜਬੜ ਹੁੰਦੀ ਉਹ ਕਹਿੰਦੇ ਰਾਜੇ ਵੜਿੰਗ ਨੂੰ ਪੁੱਛ ਲਓ। ਜਿਵੇਂ ਕੋਈ ਨਾਮੀ ਪਰਨਾਮੀ ਥਾਣਿਆਂ 'ਚ ਨਹੀਂ ਹੁੰਦੇ ਕੰਮ ਕਿ ਇੱਥੇ ਕੋਈ ਘਟਨਾ ਹੋਈ ਹੈ ਤੇ ਫਲਾਣੇ ਨੂੰ, ਉੱਦਾਂ ਦਾ ਹਾਲਾਤ ਸੀਗੇ। ਬਹੁਤ ਸ਼ਰਾਰਤੀ। ਸ਼ਰਾਰਤ ਦਾ ਮੈਂ ਸਮਝਦਾ ਕਿ ਅਗਰ ਕੋਈ ਮੈਂ ਤੁਹਾਨੂੰ ਗੱਲ ਸੁਣਾਵਾਂਗਾ ਤਾਂ ਫਿਰ ਉਹ ਸੁਣਾ ਦਿਓ, ਬਟ ਸੁਣਾ ਦਿਓ ਕੋਈ ਜਿਹੜੀ ਇਹੋ ਜਿਹੀ ਸ਼ਰਾਰਤ ਹੋਵੇ ਜਿਹੜੀ ਦੱਸੀ ਜਾ ਸਕਦੀ। ਨਹੀਂ, ਮੈਂ ਕਿਹਾ ਉਹ ਬਹੁਤ ਸ਼ਰਾਰਤਾਂ ਕੀਤੀਆਂ ਐਂਡ ਆਨੰਦ ਆਉਂਦਾ ਸੀਗਾ। ਲੇਕਿਨ ਇਹ ਬੈਕ ਆਫ ਦੀ ਮਾਈਂਡ ਇੱਕ ਦਿਮਾਗ 'ਚ ਗੱਲ ਸੀ ਕਿ ਉਸ ਮੋੜ ਤੱਕ ਨਹੀਂ ਪਹੁੰਚਣਾ ਜਿੱਥੋਂ ਗੱਡੀ ਮੁੜ ਕੇ ਵਾਪਸ ਨਾ ਆ ਸਕੇ। ਜਿੱਥੋਂ ਗੱਡੀ ਮੁੜ ਕੇ ਵਾਪਸ ਨਾ ਆ ਸਕੇ ਉਸ ਜਗ੍ਹਾ ਤੱਕ ਨਹੀਂ ਪਹੁੰਚਿਆ। ਤੁਸੀਂ ਡਿੰਪੀ ਚੰਦ ਦੀ ਆਪਦੀ ਕਵਿਤਾ, ਮੈਂ ਉਹ ਡਿੰਪੀ ਚੰਦ ਦਾ ਬੜਾ ਵੱਡੀ ਗੱਲਬਾਤ ਸੀ, ਤੇ ਮੈਂ ਉਦੋਂ ਡਿੰਪੀ ਚੰਦ ਕੋਰਟ 'ਚ ਪੇਸ਼ ਹੋਣ ਹੁੰਦੇ ਸੀ, ਅਸੀਂ ਛੋਟੇ ਅਸੀਂ ਵੀ ਜਾਂਦੇ ਹੁੰਦੇ ਸੀ, ਤੇ ਉਹ ਮੈਨੂੰ ਵੀ ਜਾਣਦਾ ਸੀ, ਕਿ ਨੋਟ ਕਿ ਬਹੁਤੀ ਲਿਹਾਜ਼ ਸੀ ਤੇ ਮੁੰਡਾ ਵੀ ਹੈਗਾ। ਸੋ ਸ਼ਰਾਰਤਾਂ ਬਹੁਤ ਕੀਤੀਆਂ, ਲੇਕਿਨ ਲੇਕਿਨ ਇਹ ਗੱਲ ਦਿਮਾਗ 'ਚ ਰਹੀ ਕਿ ਬਈ ਗੱਡੀ ਉੱਥੇ ਜਾ ਕੇ ਨਹੀਂ ਫਸਾ ਲੈਣੀ ਜਿੱਥੋਂ ਕਦੇ ਜ਼ਿੰਦਗੀ 'ਚ ਮੁੜ ਕੇ ਵਾਪਸ ਨਾ। ਸੋ ਇਸੇ ਕਰਕੇ ਕੁਝ ਦੱਸੋ, ਕੋਈ ਸਾਂਝੀ ਕਰੋ ਸ਼ਰਾਰਤ। ਮੈਂ ਨਾ ਸਪੀਕਰ ਸਾਹਿਬ ਕੋਲੇ ਬੈਠਾ ਤੇ ਅਸੀਂ ਪੋਡਕਾਸਟ ਹੀ ਕਰਦੇ ਸੀਗੇ, ਤੇ ਮੈਨੂੰ ਕਹਿੰਦੇ ਯਾਰ ਅਸੀਂ ਹੋਸਟਲ ਰਹਿੰਦੇ ਹੁੰਦੇ ਸੀ ਤੇ ਅਸੀਂ ਫਿਲਮ ਵੇਖਣ ਜਾ ਵੜੇ, ਪਿੱਛੇ ਸਾਡੇ ਵਾਰਡਨ ਆ ਗਏ, ਕਹਿੰਦੇ ਅਸੀਂ ਨਾ ਉਹਨਾਂ ਦੀ ਸਕੂਟਰੀ ਦਾ ਪਲੱਗ ਕੱਢ ਲਿਆ ਤੇ ਕਹਿੰਦੇ ਵੀ ਅਸੀਂ ਚਲੇ ਗਏ ਹੋਸਟਲ, ਕਹਿੰਦੇ ਉਹ ਬਹੁਤ ਔਖੇ ਹੈ ਮੁੜ ਕੇ, ਕਹਿੰਦੇ ਇਹੋ ਜਿਹੀਆਂ ਸ਼ਰਾਰਤਾਂ ਅਸੀਂ ਬਹੁਤ ਕੀਤੀਆਂ ਗਈਆਂ। ਰਾਜੇ ਵੜਿੰਗ ਨੇ ਕੀ ਸ਼ਰਾਰਤਾਂ ਕੀਤੀ? ਨਹੀਂ, ਇਹ ਤਾਂ ਆਮ ਬੰਦਾ, ਮੇਰੇ ਖਿਆਲ ਅਸੀਂ ਸਾਰੇ ਲੋਕ ਹੀ ਇਹੋ ਜਿਹੀਆਂ ਸ਼ਰਾਰਤਾਂ ਕਰਦੇ। ਮੈਂ ਡਕਸ਼ਈ ਪਬਲਿਕ ਸਕੂਲ ਪੜ੍ਹਦਾ ਸੀ, ਸੋ ਲੈਣ ਆਉਣਾ ਸੀ ਘਰਦਿਆਂ ਨੇ, ਤੇ ਰਜਾਈਆਂ ਲੈ ਕੇ ਅਸੀਂ ਉਹ ਬਾਹਰ ਅੱਗ ਉੱਗ ਬਾਲ ਕੇ ਬੈਠ ਗਏ। ਉਹ ਸਾਨੂੰ ਵਾਰਡਨ ਕਹਿੰਦੇ ਵੀ ਇੱਦਾਂ ਨਾ ਤੁਸੀਂ ਕਰੋ,
ਅਸੀਂ ਆਖਿਆ ਨਹੀਂ ਜੀ ਅੱਜ ਤਾਂ ਲਾਸਟ ਡੇ ਹੈਗਾ, ਅੱਜ ਕਰਨ ਦਿਓ ਸਾਨੂੰ। ਤੇ ਉੱਥੇ ਕਿਤੇ ਅੱਗ ਦੇ ਆਲੇ ਦੁਆਲੇ ਬੈਠਿਆਂ ਨੂੰ ਕਿਤੇ ਨੀਂਦ ਆ ਗਈ। ਉਹ ਪਤਾ ਲੱਗਿਆ ਵੀ ਥੋੜ੍ਹੀ ਜਿਹੀ ਗਦੈਲੇ ਨੂੰ ਅੱਗ ਲੱਗ ਗਈ। ਜੋ ਅੱਗ ਲੱਗੀ ਤੇ ਅਸੀਂ ਉਹ ਸੇਕ ਜਾ ਜਦੋਂ ਕਿਤੇ ਲੱਤਾਂ ਨੂੰ ਲੱਗਿਆ ਤੇ ਅਸੀਂ ਉੱਠ ਕੇ, ਉਦੋਂ ਡਰਮ ਹੁੰਦੇ ਸੀ ਉਹ ਡਕਸ਼ਈ ਪਬਲਿਕ ਸਕੂਲ 'ਚ ਨਾ, ਗੀਜ਼ਰ ਨਹੀਂ ਹੁੰਦੇ ਸੀਗੇ ਜੀ। ਉਹ ਡਰਮ ਦੇ ਥੱਲੇ ਅੱਗ ਬਾਲ ਕੇ, ਜਿਹੜੇ ਵੱਡੇ ਆਪਣੇ ਤੇਲ ਵਾਲੇ ਡਰਮ ਤੇ ਉਹ ਸਾਨੂੰ ਪੀਪਿਆਂ 'ਚ ਪਾ ਕੇ ਇੱਕ ਜਿਹੜਾ ਪੀਪਾ ਪਾ ਦਿੰਦੇ ਸੀ ਜੀ, ਗਰਮ ਪਾਣੀ ਜਦੋਂ ਸਰਦੀਆਂ 'ਚ ਦਿੰਦੇ ਸੀ। ਸੋ ਅਸੀਂ ਉਹ ਜਾ ਕੇ ਰਜਾਈ ਜਿਹੜੀ ਹੈ ਉਹ ਚੱਕ ਕੇ ਡਰਮ 'ਚ ਪਾਤੀ 3-4 ਜਣੇ। ਤੇ ਉਸ ਤੋਂ ਬਾਅਦ ਜਦੋਂ ਸਾਰੀ ਰਜਾਈ ਭਿੱਜ ਗਈ, ਸਾਨੂੰ ਤਾਂ ਪਤਾ ਨਹੀਂ ਸੀਗਾ ਵੀ ਪਾਣੀ 'ਚ ਭਿੱਜ ਗਈ ਹੈ, ਗਿੱਲੀ ਹੋ ਗਈ ਹੈ। ਅਸੀਂ ਉਹ ਰਜਾਈ ਨੂੰ ਕੱਢ ਕੇ, ਜਿੱਥੇ ਅਗਲੇ ਦਿਨ ਸਾਰੇ ਲੋਕਾਂ ਨੇ ਆਪਦੇ ਘਰਾਂ 'ਚ ਜਾਣਾ ਸੀਗਾ ਬੱਚਿਆਂ ਨੇ, ਤੇ ਜਿੱਥੇ ਉਹਨਾਂ ਦਾ ਸਮਾਨ ਪਿਆ ਸੀ, ਤੇ ਅਸੀਂ ਉੱਥੇ ਜਾ ਕੇ ਉਹ ਰਜਾਈ ਗਿੱਲੀ ਰੱਖਤੀ। ਉਹ ਸਾਰੀ ਮਤਲਬ ਕਿ ਤੁਹਾਨੂੰ, ਉਹ ਕਿਤੇ ਰਾਤ ਨੂੰ ਉਹਦੇ 'ਚ ਅੱਗ ਸੀਗੀ ਤੇ ਉਹ ਸਾਰਿਆਂ ਦਾ ਸਮਾਨ ਸਮੂਨ ਮੇਰੇ ਖਿਆਲ ਮੱਚ ਗਿਆ, ਅੱਗ ਲੱਗ ਗਈ। ਫਾਇਰ ਬ੍ਰਿਗੇਡਸ ਆਈਆਂ, ਬੁਰੇ ਹਾਲ। ਉਹ ਤੜਕੇ ਸਾਨੂੰ ਪ੍ਰਿੰਸੀਪਲਸ ਨੇ, ਸਾਡੇ ਮਾਂ ਪਿਓ ਆਏ, ਉਹਨਾਂ ਨੇ ਕਿਹਾ ਕਿ ਆਹ ਤੁਹਾਡੇ ਜਵਾਕਾਂ ਦਾ ਹਾਲ ਹੈ। ਸੋ ਇਹੋ ਜਿਹੀਆਂ ਸ਼ਰਾਰਤਾਂ ਤਾਂ ਖੈਰ ਜ਼ਿੰਦਗੀ 'ਚ ਬਹੁਤ ਹੋਈਆਂ, ਜਿਹੜੀਆਂ ਮੁੜ ਕੇ ਡਰ ਲੱਗਿਆ ਫਿਰ ਜਦੋਂ ਇੰਨਾ ਕੁਝ ਹੋ ਗਿਆ, ਅੱਗ ਲੱਗ ਗਈ? ਟਾਰ ਟੂਰ ਨਹੀਂ, ਫਿਰ ਜੁੱਤੀਆਂ ਜਾਤੀਆਂ ਪਈਆਂ। ਫਿਰ ਨਾਨਕ ਮਾਮਾ ਆਇਆ ਸੀ ਲੈਣ ਵਾਸਤੇ, ਉਹਨਾਂ ਨੇ ਥੋੜਾ ਲੜੇ ਲੁੜੇ, ਚਲੋ ਇਹਨੇ ਨਾਲ ਫਿਰ ਕੰਮ ਚੱਲ ਪਿਆ। ਪਰ ਸ਼ਰਾਰਤਾਂ ਹੁਣ ਮੈਨੂੰ ਪਰਟੀਕੂਲਰਲੀ ਕੋਈ ਸ਼ਰਾਰਤਾਂ ਤਾਂ ਇਹੋ ਜਿਹੀਆਂ ਜਿਹੜੀਆਂ ਟੈਲੀਵਿਜ਼ਨ ਤੇ ਦੱਸਣ ਵਾਲੀਆਂ ਨਹੀਂ ਹੈ। ਦੱਸ ਦਿਓ। ਸੋ ਨਹੀਂ, ਸਕੂਟਰ ਬਹੁਤ ਭਜਾਇਆ ਹੈ ਨਾ ਤੁਸੀਂ? ਹਾਂ, ਸਕੂਟਰ ਬਹੁਤ ਭਜਾਇਆ ਮੁਕਤਸਰ ਸਾਹਿਬ। ਨਹੀਂ, ਸਕੂਟਰ ਭਜਾਇਆ, ਮੋਟਰਸਾਈਕਲ ਭਜਾਇਆ। ਸੋ ਪਹਿਲਾ ਸਕੂਟਰ ਮੈਨੂੰ 8ਵੀਂ ਕਲਾਸ 'ਚ ਮੇਰੇ ਨਾਨਕਿਆਂ ਨੇ ਲੈ ਕੇ ਦਿੱਤਾ ਸੀਗਾ। ਮੈਨੂੰ ਯਾਦ ਹੈ 26 ਨੰਬਰ ਸੀ ਉਹਦਾ, ਨੰਬਰ ਵੀ ਸਪੈਸ਼ਲ ਲੈ ਕੇ ਦਿੱਤਾ ਸੀ। ਮੈਂ ਆਪਦੇ ਮਾਮਾ ਜੀ ਨੂੰ ਕਿਹਾ, DTO ਨੂੰ ਕਹੋ 0026। ਸੋ ਉਹਦੇ ਮਗਰ ਮੈਂ 35-11 ਦੀਆਂ ਲਾਈਟਾਂ ਲਾਈਆਂ ਸੀ ਟਰੈਕਟਰ ਦੀਆਂ। ਅੱਛਾ ਜੀ। ਬਾਂਸਰੀਆਂ ਬੋਸਰੀਆਂ, ਹਾਂ, ਉਹ ਐਕਸਟਰਾ ਇੱਕ ਲਾਈਟ ਹੁੰਦੀ ਸੀ, ਉਹ ਵੱਖਰੀ ਕਰਕੇ ਲਾ ਲੈਂਦੇ ਸੀ। ਸੋ ਚਲੋ ਤੁਹਾਨੂੰ ਦੱਸਦਾ ਇੱਕ, ਉਹ ਸਕੂਟਰ ਕੀ ਹੋਇਆ ਜੋ ਲੈ ਕੇ ਦਿੱਤਾ, ਤੇ ਉਦੋਂ ਸਟਿੱਕਰਸ ਦਾ ਬੜਾ ਰਿਵਾਜ਼ ਸੀ, ਜਿਹੜੇ ਨੋ ਸਮੋਕਿੰਗ ਤੇ ਛੋਟੇ ਛੋਟੇ ਨਾ ਸਟਿੱਕਰਸ ਆਉਂਦੇ ਸੀ, ਉਹ ਲੋਕ ਬਹੁਤ ਲਾਉਂਦੇ ਹੁੰਦੇ ਸੀ। ਤੇ ਮੈਂ ਥੱਲੇ ਸਟਿੱਕਰ ਚਿਪਕਾ ਕੇ, ਅਸੀਂ ਉੱਤੇ ਚੁਬਾਰਿਆਂ ਤੇ ਰਹਿੰਦੇ ਸੀ, ਤੇ ਉਹ 5-7 ਸਟਿੱਕਰ ਲਾ ਤੇ ਸਕੂਟਰ ਤੇ ਲਿਆ ਕੇ ਮਿਲਦੇ ਹੁੰਦੇ ਸੀ ਦਿਲ ਦੁਲ ਦੇ। ਤੇ ਇੱਕ ਤੇ ਲਿਖਿਆ ਸੀ ਨੋ ਲਾਈਫ ਵਿਦਆਊਟ ਵਾਈਫ, ਉਹ ਵੀ ਚਿਪਕਾਤਾ। ਅੱਛਾ। ਤੇ ਉਹ ਕਿਤੇ ਮੇਰੇ ਛੋਟੇ ਮਾਮਾ ਜੀ, ਜਿਨ੍ਹਾਂ ਨੇ ਨੰਬਰ ਵੀ ਲੈ ਕੇ ਦਿੱਤਾ ਸੀ, ਉਹ ਕਿਤੇ ਉੱਥੋਂ ਉਹ ਕਾਲਜ 'ਚ ਹੁੰਦੇ ਸੀ। ਉਹ ਪੜ੍ਹ ਕੇ ਤੇ ਜਦੋਂ ਉੱਤੇ ਗਏ, ਵੇਖਿਆ ਸਕੂਟਰ ਨੂੰ ਥੱਲੇ ਵੇਖ ਕੇ ਗਏ, ਤੇ ਉੱਤੇ ਮੇਰੀ ਨਾਨੀ ਨੂੰ ਦੱਸਿਆ ਵੀ ਆਹ ਸਟਿੱਕਰ ਲਾਏ ਇਹਨੇ ਤਾਂ। ਫਿਰ ਉਹ ਜੁੱਤੀਆਂ ਪਈਆਂ ਵੀ ਹੁਣੇ ਤੈਨੂੰ ਵਿਆਹ ਦਾ। ਸੋ ਐਵੇਂ ਚੱਲਦਾ ਰਹਿੰਦਾ ਸੀ। ਕੋਈ ਕ੍ਰਸ਼ ਹੁੰਦਾ ਸੀ ਸਕੂਲ ਟਾਈਮ? ਸੋ ਮੈਨੂੰ ਲੱਗਦਾ ਕਿ ਹੁਣ ਜਿਹੜੇ ਅਸੀਂ ਪੋਲੀਟੀਕਲ ਲੋਕ ਹਾਂ, ਜਿਸ ਦਾਇਰੇ 'ਚ ਅਸੀਂ ਆ ਗਏ ਹਾਂ, ਉੱਥੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈ ਆਪਦੀ ਜੀਵਨੀ ਦੀਆਂ, ਉਹ ਤੁਸੀਂ ਕਈ ਵਾਰੀ ਨਹੀਂ ਰੱਖ ਸਕਦੇ, ਕਿਉਂਕਿ ਸਾਡੇ ਨਾਲ ਉਹ ਇਹ ਨਹੀਂ ਆ ਕਿ ਕੋਈ ਉਹਦੇ 'ਚ ਲੁਕ ਲਕਾ ਹੈਗਾ। ਉਹਦੇ 'ਚ ਕੋਈ ਲੁਕ ਲਕਾ ਨਹੀਂ ਸਿਮਰ, ਬਟ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਸਾਡੇ ਤੇ ਹੁੰਦੀਆਂ। ਇਹ ਨਹੀਂ ਵੀ ਕੋਈ ਬਹੁਤੀ ਉਹਦੇ 'ਚ ਕੋਈ ਮਾੜੀ ਗੱਲ ਹੈ। ਕਈ ਲੋਕਾਂ ਨੂੰ ਤਾਂ ਅੱਜ ਦੇ ਦੌਰ ਦੇ ਵਿੱਚ ਵੀ ਲੋਕ ਕਰੀ ਜਾਂਦੇ ਆ, ਵੱਡੀਆਂ ਉਮਰਾਂ ਦੇ ਵਿੱਚ ਵੀ ਬਹੁਤ ਐਸੀਆਂ ਚੀਜ਼ਾਂ ਕਰਦੇ ਆ, ਲੇਕਿਨ ਸਮਾਜ ਦੇ ਅੰਦਰ ਅਸੀਂ ਲੋਕਾਂ ਨੂੰ ਸੇਧ ਦੇਣੀ ਹੈ। ਐਂਡ ਅਸੀਂ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੱਸਣੀਆਂ। ਸੋ ਮੈਨੂੰ ਲੱਗਦਾ ਕਿ ਸਾਰੀਆਂ ਬਚਪਨ ਦੀਆਂ ਗਲਤੀਆਂ ਉਹ ਜੱਗ ਜ਼ਾਹਿਰ ਨਹੀਂ ਕਰਨੀਆਂ ਚਾਹੀਦੀਆਂ। ਸੋ ਕਿਉਂਕਿ ਕਈ ਵਾਰੀ ਅਸੀਂ ਵੀ ਬਹੁਤ ਸਾਰੀਆਂ ਗਲਤੀਆਂ ਕੀਤੀਆਂ, ਜਿਨ੍ਹਾਂ ਤੋਂ ਅਸੀਂ ਲੋਕਾਂ ਨੂੰ ਜਾ ਕੇ ਕਹਿੰਦੇ ਹਾਂ ਜਾਂ ਸੇਧ ਦਿੰਦੇ ਹਾਂ ਕਿ ਬੱਚਿਆਂ ਨੂੰ ਕਿ ਨਹੀਂ, ਇਹ ਨਹੀਂ ਹੋਣੀਆਂ ਚਾਹੀਦੀਆਂ। ਬੰਦਾ ਠੋਕਰਾਂ ਖਾ ਕੇ ਸਿੱਖਦਾ। ਲੜਾਈ ਤਾਂ ਕੋਈ ਗੱਲ ਨਹੀਂ, ਲੜਾਈਆਂ ਤਾਂ ਬਹੁਤ ਹੋਈਆਂ, ਬਹੁਤ ਪਰਚੇ ਵੀ ਹੋਏ, ਬਹੁਤ ਵਾਰੀ ਪੁਲਿਸ ਵੀ ਭਾਲਦੀ ਰਹੀ। ਸੋ ਲੜਾਈ ਇਟਸ ਅ ਨਾਰਮਲ ਥਿੰਗ। ਆਈ ਥਿੰਕ ਹਰ ਬੰਦਾ ਮਾੜੇ ਮੋਟਾ ਜਿਹਦੇ 'ਚ ਕੰਡਾ ਉਹ ਫਿਰ ਲੜਦਾ ਲੁੜਦਾ ਤਾਂ ਰਹਿੰਦਾ ਹੀ ਹੈ। ਸੱਟ ਕਦੋਂ ਵੱਜੀ ਸੀ ਇੱਥੇ? ਇਹ ਬਚਪਨ 'ਚ। ਕਿਵੇਂ? ਇਹ ਸੱਟ ਕੋਈ ਲੜਾਈ ਦਾ ਕਾਰਨ ਨਹੀਂ ਹੈ। ਅੱਛਾ। ਇਹ ਮੈਂ ਛੋਟਾ ਹੁੰਦਾ ਸੀਗਾ, ਇਹ ਤਦ ਮੈਂ ਡਿੱਗ ਪਿਆ ਸੀਗਾ। ਸੋ ਇਹ ਉਦੋਂ ਦੀ ਸੱਟ ਹੈ, ਕੋਈ ਲੜਾਈ ਦਾ ਕਾਰਨ ਨਹੀਂ। ਲੜਾਈਆਂ ਲੜਦੇ ਰਹੇ, ਔਰ
ਠੀਕ ਠਾਕ ਸੀਗਾ ਆਪਣਾ ਵੀ ਕੰਮ ਨਾਮ ਨੂੰ ਵੀ ਬਾਬੇ ਦੀ ਕਿਰਪਾ ਰਹੀ। ਇੱਕ ਇਹ ਵੀ ਕਿਰਪਾ ਰਹੀ, ਕਦੇ ਜ਼ਿੰਦਗੀ 'ਚ ਹੁਣ ਤੱਕ ਕੁੱਟ ਖਾ ਕੇ ਨਹੀਂ ਆਏ, ਜਦੋਂ ਆਏ ਕੁੱਟ ਕੇ ਹੀ ਆਏ। ਪਰ ਕੋਈ ਬਹੁਤਾ ਵਧੀਆ ਗੱਲ ਨਹੀਂ ਇਹ ਵੀ ਕੁੱਟਣਾ ਕਟਾਉਣਾ ਤੇ ਲੜਨਾ ਲੁੜਨਾ। ਪਰ ਮੇਰਾ ਖਿਆਲ ਉਦੋਂ ਸ਼ਹਿਰ ਸਾਡੇ ਇਹੋ ਜਿਹੇ ਸੀ, ਛੋਟੇ ਛੋਟੇ ਉਹ ਸ਼ਹਿਰ ਸੀ, ਡਿਵੈਲਪਡ ਜ਼ਿਆਦਾ ਨਹੀਂ ਸੀ। ਮੁੰਡੇ ਮੰਡੇ ਜਿਵੇਂ ਇੱਕ ਦੂਜੇ ਨੂੰ ਕੋਈ ਲੈ ਗਿਆ ਨਾਲ, ਉਹਦੇ ਚਲਾ ਗਿਆ, ਬਸ ਏਦਾਂ ਦਾ ਕੰਮ। ਲਾਂਬੇ ਲੰਬੇ ਆਏ ਕਰੇ ਫਿਰ? ਹਾਂ, ਲਾਂਭਿਆਂ ਦੀ ਤਾਂ ਬਹੁਤ ਪਰਮਾਰ ਲੱਗਦੀ ਰਹੀ, ਚਾਹੇ ਸਕੂਲ ਦੇ ਲਾਂਭੇ ਸੀ ਚਾਹੇ, ਬਟ ਮੈਂ ਤੁਹਾਨੂੰ ਆਖਿਆ ਕਿ ਉਹ ਲਾਂਭੇ ਐਸੇ ਨਹੀਂ ਸੀ ਕਿ ਬਹੁਤ ਐਕਸਟ੍ਰੀਮ ਜਿਹੜੇ ਵਾਪਸ ਨਾ ਮੁੜ ਆ ਸਕਦੇ। ਲਾਂਭੇ ਤਾਂ ਆਉਂਦੇ ਹੀ ਰਹਿੰਦੇ ਸੀ। ਨਾਨੀ ਜੀ ਲੜਦੇ ਹੀ ਰਹਿੰਦੇ ਸੀ ਵਿਚਾਰੇ ਜੀ। ਉਹ ਮੈਨੂੰ ਕਹਿੰਦੇ ਸੀ ਪਤਾ ਨਹੀਂ ਤੂੰ ਕੀ ਕਰੇਗਾ, ਕੋਈ ਨਵਾਂ ਗੁੱਲ ਨਾ ਖਿਲਾ ਦੀ, ਮੈਂ ਕਿ ਮੈਨੂੰ ਡਰ ਲੱਗਦਾ ਪੁੱਤ। ਸੋ ਪਰ ਉਹ ਕਿਤੇ ਨਾ ਕਿਤੇ ਬੈਕ ਆਫ ਦੀ ਮਾਈਂਡ ਇਹ ਸੀਗਾ ਕਿ ਨਹੀਂ, ਮੈਂ ਆਹ ਗੱਲ ਨਹੀਂ ਕਰਨੀ ਜਿਹਦੇ ਨਾਲ ਬਹੁਤ ਨੁਕਸਾਨ ਹੋ ਜਾਏਗਾ। ਇੱਕ ਨਾ ਆਮ ਤੌਰ 'ਤੇ ਜਿਵੇਂ ਤੁਸੀਂ ਕਿਹਾ ਪਰਸੈਪਸ਼ਨ ਲੋਕ ਬਣਾ ਲੈਂਦੇ ਆ, ਜਿਹੜੀ ਪੋਲੀਟੀਸ਼ੀਅਨਸ ਬਾਰੇ ਪਰਸੈਪਸ਼ਨ ਆ ਬਹੁਤ ਹਾਰਡਕੋਰ ਹੁੰਦੇ ਆ, ਇਹ ਬਹੁਤ ਨਿਰਦਈ ਹੁੰਦੇ ਆ, ਪੱਥਰ ਦਿਲ ਹੁੰਦੇ ਆ, ਵੀ ਤੁਸੀਂ ਬੈਠੇ ਭਾਵੁਕ ਹੋ ਗਏ, ਹਨਾ? ਨੋ ਨਾਟ ਐਟ ਆਲ। ਮਤਲਬ ਇਹ ਬਣੀ ਹੋਈ ਹੈ ਨਾ। ਦੇयर ਆਰ ਸਮ ਪੀਪਲ ਐਸੇ ਹੈਗੇ ਆ, ਬਟ ਮੈਂ ਨਹੀਂ ਸਮਝਦਾ ਕਿ ਸਾਰੇ ਪੋਲੀਟੀਸ਼ੀਅਨ ਮਾੜੇ ਹੁੰਦੇ ਆ। 90% ਜਿਹੜੇ ਲੋਕ ਆ ਵਿਚਾਰੇ, ਉਹ ਸਮੇਂ ਦੀਆਂ ਮਜਬੂਰੀਆਂ ਦੇ ਕਾਰਨ ਵੀ ਉਹ ਲੱਗਦਾ ਕਿ ਇਹ ਨਿਰਦਈ ਹੁੰਦੇ ਆ। ਪਰ ਤੁਹਾਨੂੰ ਐਜ਼ ਆਈ ਸੈਡ ਕਿ ਤੁਸੀਂ ਕਿਸੇ ਤੇ ਪਰਚਾ ਕਰਾਉਣੇ, ਮੈਂ ਜ਼ਿੰਦਗੀ 'ਚ ਕਦੇ ਕਿਸੇ ਤੇ ਆਪਦੇ ਮਨ ਨਾਲ ਜਿਹਨੇ ਮੈਨੂੰ ਬਹੁਤੇ ਵੀ ਇਹਨੂੰ ਏਦਾਂ ਨਹੀਂ ਮੈਂ ਚਾਹੁੰਦਾ ਕਿ ਇਸ ਬੰਦੇ ਤੇ ਪਰਚਾ ਹੋ, ਮਨ ਤੋਂ ਬਗੈਰ ਕਰਾਏ ਬਹੁਤ ਸਾਰੇ ਨਹੀਂ ਹਾਂ, ਮਨ ਤੋਂ ਬੰਦਾ ਤੁਹਾਨੂੰ ਮਜਬੂਰ ਕਰ ਦਿੰਦੇ ਆ ਨਾ, ਤੁਹਾਨੂੰ ਮਜਬੂਰ ਕਰ ਦਿੰਦੇ ਆ ਲੋਕ ਕਈ ਵਾਰੀ ਵੀ ਜੇ ਕਰਾਉਣਾ ਹੈ, ਜੇ ਆ ਹੋਊਗਾ ਤਾਂ ਅਸੀਂ ਤੇਰੇ ਨਾਲ ਹੈ, ਨਹੀਂ ਅਸੀਂ ਚੱਲਨੇ ਆ। ਸੋ ਉਸ ਪੋਲੀਟੀਕਲ ਬੰਦਿਸ਼ਾਂ ਦੇ ਵਿੱਚ ਲੋਕ ਬਹੁਤ ਕੁਛ ਕਰਦੇ। ਬਟ ਨਾਓ ਮੈਂ ਨਵਾਂ ਤਾਂ ਠੀਕ ਸੀਗਾ, ਬਟ ਹੁਣ ਮੈਂ ਬਹੁਤ ਕਾਫੀ ਸਟੈਂਡ ਲੈ ਲੈਣਾ ਕਿ ਨਹੀਂ, ਕੋਈ ਗਲਤ ਪਰਚਾ ਤਾਂ ਮੈਂ ਨਹੀਂ ਕਰਾਉਣਾ ਕਿਸੇ ਤੇ। ਸੈਂਸਿਟਿਵ ਬੰਦਾ ਸਰਵਾਈਵ ਕਰ ਸਕਦਾ ਪੋਲੀਟਿਕਸ 'ਚ? ਨਹੀਂ, ਇਟਸ ਵੈਰੀ ਡਿਫਿਕਲਟ। ਰਾਜਾ ਕਿੰਨਾ ਕੁ ਸੈਂਸਿਟਿਵ ਹੈ? ਨਹੀਂ, ਮੈਂ ਬਹੁਤ ਸੈਂਸਿਟਿਵ ਸੀਗਾ। ਮੈਨੂੰ ਯਾਦ ਹੈ ਕਿ ਤੁਹਾਨੂੰ ਬਹੁਤ ਸਾਰੀ ਮੋਟੀ ਚਮੜੀ ਰੱਖਣੀ ਪੈਂਦੀ ਹੈ, ਕਿਉਂਕਿ ਜਿਸ ਪ੍ਰਕਾਰ ਦੇ ਹਾਲਾਤ ਨੇ, ਇੰਨਾ ਗੰਦਾ ਲਿਖਿਆ ਜਾਂਦਾ ਤੁਹਾਡੇ ਬਾਰੇ, ਤੁਹਾਡੇ ਪਰਿਵਾਰ ਬਾਰੇ। ਕਈ ਵਾਰੀ ਤੁਹਾਨੂੰ ਅੱਗ ਲੱਗ ਜਾਂਦੀ ਹੈ ਬੈਠੇ ਬੈਠਿਆਂ ਨੂੰ, ਬਿਨਾਂ ਬੰਦਾ, ਮੈਂ ਤੁਹਾਨੂੰ ਕਹਿੰਦਾ ਬਿਨਾਂ ਜਾਣੇ ਪਛਾਣੇ ਤੁਹਾਡੇ ਬਾਰੇ ਬਹੁਤ ਕੁਛ ਹੀ ਬਕਵਾਸ ਕਰ ਦਿੰਦੇ, ਜਿਹੜਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ। ਮੈਂ ਤਾਂ ਆਪਣਾ ਤੌਰ ਤਰੀਕਾ ਬਦਲਿਆ। ਮੈਨੂੰ ਯਾਦ ਹੈ ਇੱਕ ਵਾਰੀ ਮੈਂ, ਸੁਖਬੀਰ ਜੀ ਆਏ ਸੀ ਉੱਥੇ ਗਿੱਦੜਬਾ, ਤੇ ਉਹ ਕਾਫੀ ਕੁਝ ਬੋਲੇ ਕਿ ਆ ਮੈਂ ਫਲਾਣੇ ਦੀ ਡਿਊਟੀ ਲਾਤੀ ਹੈ, ਇਹ ਰਾਜੇ ਨੂੰ ਦੇਖੇਗਾ ਹੁਣ ਤੇ ਇਹਨੂੰ ਪਤਾ ਲੱਗੇਗਾ, ਡਾਇਰੀ 'ਚ ਲਿਖ ਲਓ ਨਾਮ। ਤੇ ਮੈਂ ਵੀ ਉਹ ਤੈਸ਼ 'ਚ ਆ ਕੇ 2 ਘੰਟਿਆਂ ਬਾਰੇ ਬਹੁਤ ਬੜਾ ਮਦਭਾਗਾ ਸੀ, ਮੈਨੂੰ ਨਹੀਂ ਬੋਲਣਾ ਚਾਹੀਦਾ। ਮੇਰੇ ਗੁੱਡ ਫਰੈਂਡਸ ਜਿਹੜੇ ਸੀਗੇ ਉਹਨਾਂ ਨੇ ਮੈਨੂੰ ਆਖਿਆ ਕਿ ਯਾਰ ਰਾਜਾ ਆਪਾਂ, ਮੈਂ ਕਿਹਾ ਯਾਰ ਉਹਨਾਂ ਨੇ ਕਿੰਨਾ ਗੰਦਾ ਬੋਲਿਆ, ਉਹਨਾਂ ਨੇ ਕਿੰਨਾ ਮਗਰ ਕਿਸੇ ਦੇ ਤੋਲ ਦੇ ਕੇ ਮੇਰੇ ਪਰਿਵਾਰ ਬਾਰੇ, ਮੇਰੇ ਬਾਰੇ। ਸੋ ਕਦੇ ਕਦੇ ਤਾਂ ਗੁੱਸਾ ਆਉਂਦਾ, ਤੁਹਾਨੂੰ ਗੁੱਸਾ ਜ਼ਰੂਰੀ ਹੋ ਜਾਂਦਾ, ਬਟ ਆਪਦੇ ਆਪ ਨੂੰ ਮਹਿਸੂਸ ਕੀਤਾ ਕਿ ਨਹੀਂ, ਮੈਨੂੰ ਨਹੀਂ ਬੋਲਣਾ ਚਾਹੀਦਾ ਸੀ। ਜੇ ਕੋਈ ਬੰਦਾ, ਫਿਰ ਤਾਂ ਤੁਸੀਂ ਉਹਦੇ ਨਾਲ ਦੇ ਹੀ ਹੋਗੇ। ਅਲਟੀਮੇਟਲੀ ਹੁਣ ਮੈਂ ਕਾਫੀ ਆਪਦੇ ਚਾਪ 'ਚ ਸੁਧਾਰ ਲੈ ਕੇ ਆਉਂਦਾ। ਮੈਨੂੰ ਲੋਕ ਕਹਿੰਦੇ ਕਿ ਹੁਣ ਬੋਲ, ਉਵੇਂ ਨਹੀਂ ਬੋਲਦਾ, ਕਿਸੇ ਤੋਂ ਡਰਦਾ ਹੈ, ਕਿਸੇ ਤੋਂ ਡਰ ਕਰਕੇ ਕਰਦਾ, ਇਹਦੀ ਕੋਈ ਫਾਈਲ ਨਾ ਖੁੱਲ ਜੇ, ਫਲਾਂ ਨਾ ਖੁੱਲ ਜੇ। ਸਿਮਰ, ਟੂ ਬੀ ਵੈਰੀ ਓਨੈਸਟ, ਜਦੋਂ ਤੋਂ ਮਾਂ ਪਿਓ ਚਲੇ ਗਏ ਉਸ ਤੋਂ ਬਾਅਦ ਤੁਹਾਨੂੰ ਡਰ ਟੁਰ ਤਾਂ ਬਹੁਤੇ ਨੇੜਦੇ ਨਹੀਂ ਆਏ, ਕਿਉਂਕਿ ਬਹੁਤ ਸਾਰੀਆਂ ਮਾੜੀਆਂ ਘਟਨਾਵਾਂ ਬਚਪਨ ਦੇ ਵਿੱਚ ਤੁਸੀਂ ਇਹੋ ਜਿਹੀਆਂ ਦੇਖ ਲੀਆਂ। ਸੋ ਕਿਸੇ ਤੋਂ ਡਰ ਨਹੀਂ ਲੱਗਦਾ, ਲੇਕਿਨ ਹੁਣ ਇਹ ਲੱਗਦਾ ਕਿ ਯਾਰ ਤਲੀਮ ਤੇ ਤਹਿਜ਼ੀਬ ਬਹੁਤ ਜ਼ਰੂਰੀ ਹੈ, ਖਾਸ ਕਰਕੇ ਪੋਲੀਟੀਸ਼ੀਅਨਸ ਨੂੰ। 44 ਸਾਲ ਦੀ ਉਮਰ ਦੇ ਵਿੱਚ ਅਗਰ ਹੁਣ ਨਹੀਂ ਆਏਗੀ, ਤੁਸੀਂ ਮੇਰੇ ਖਿਆਲ 18-20 ਸਾਲ ਛੋਟੇ ਹੋਣਗੇ, ਐਂਡ ਜਿਹੜਾ ਤੁਸੀਂ, ਤੁਹਾਡੀ ਗੱਲ ਇਗਨੋਰ ਕੀਤੀ ਜਾਣੀ ਹੈ, ਮੇਰੀ ਗੱਲ ਇਗਨੋਰ ਨਹੀਂ ਹੋਣੀ ਹੈ, ਕਿਉਂਕਿ ਉਹਨਾਂ ਨੇ ਕਹਿਣਾ ਕਿ ਯਾਰ ਹਜੇ ਨੌਜਵਾਨ ਸਾਥੀ ਹੈ। ਮੇਰੇ ਬੱਚੇ ਬਰਾਬਰ ਦੇ ਹੋ ਗਏ, ਮੇਰੀ ਲੜਕੀ 11ਵੀਂ ਕਲਾਸ 'ਚ ਪੜ੍ਹਦੀ ਹੈ। ਸੋ ਅਗਰ ਮੈਂ, ਤੂੰ ਤੜਕ, ਤੇਰੀ ਮਾਂ ਦੀ, ਤੇਰੀ ਭੈਣ ਦੀ, ਤੈਨੂੰ ਮੈਂ ਦੇਖ ਲੂੰਗਾ, ਜੇ ਤੂੰ ਪਿਓ ਦਾ ਤਾਂ, ਜੇ ਤੂੰ ਆਪਦੀ ਮਾਂ ਦਾ ਤਾਂ, ਵਾਟ ਇਜ਼ ਦਾ ਫਾਲਟ ਆਫ ਮਾਂ ਐਂਡ ਬਾਪ? ਉਹਨਾਂ ਦਾ ਕੀ, ਪਹਿਲਾਂ ਕਹਿੰਦੇ ਰਹੇ ਹੋ ਨਾ ਤੁਸੀਂ। ਹਾਂ, ਨਹੀਂ, ਬਟ ਸਮੇਂ ਦੇ ਨਾਲ ਬਹੁਤ ਸੁਧਾਰ ਲਿਆਉਣਾ ਚਾਹੀਦਾ। ਤੁਸੀਂ ਹੁਣ ਬਾਪ ਬਣ ਗਏ ਹੋ ਨਾ, ਇੱਕ ਨੌਜਵਾਨ ਸਾਥੀ ਜਿਹੜਾ, ਉਹ ਤੋਂ ਬਾਅਦ ਤੁਸੀਂ ਵਿਆਹੇ ਜਾਂਦੇ ਹੋ, ਫਿਰ ਘਰ ਗ੍ਰਸਤੀ ਸਮੇਂ ਨਾਲ ਬਦਲਣ ਦੇ ਨਾਲ ਜ਼ਿੰਦਗੀ
ਸੌਖੇ ਵਧੇਰੇ ਟੱਪਦੀ ਆ, ਔਰ ਜਿਹੜੇ ਸਮੇਂ ਨਾਲ ਬਦਲਦੇ ਨਹੀਂ ਹੈ ਉਹ ਨੁਕਸਾਨ ਖਾਂਦੇ ਨੇ। ਔਰ ਮੈਨੂੰ ਲੱਗਦਾ ਕਿ ਸਹਿਣਸ਼ੀਲਤਾ ਮੈਂ ਜਿੰਨੇ ਲੋਕ ਦੇਖੇ ਅੱਜ ਤੱਕ ਕਾਮਯਾਬੀ ਦੀ ਟੀਸੀ ਤੇ, ਹਾਲਾਂਕਿ ਮੇਰੇ 'ਚ ਤਾਂ ਹੈ ਨਹੀਂ ਹੈ, ਮੈਂ ਬਹੁਤ ਇੰਪੇਸ਼ੈਂਟ ਬੰਦਾ ਹੈ, ਮੇਰੇ 'ਚ ਵੀ ਪੇਸ਼ੈਂਸ ਉਵੇਂ ਨਹੀਂ ਹੈ। ਮੈਂ ਬਾਦਲ ਸਾਹਿਬ ਦੀ ਇਸ ਗੱਲ 'ਚ ਪੇਸ਼ੈਂਸ ਦੇ ਵਿੱਚ ਤਾਰੀਫ ਕਰਦਾ ਹਮੇਸ਼ਾ, ਆਲਦੋ ਮੇਰੇ ਬੜੇ ਮਤਭੇਦ ਸਨ, ਬਟ ਕਿਆ ਬੰਦੇ ਦੀ ਪੇਸ਼ੈਂਸ ਸੀ ਉਹ। ਅਗਰ ਉਹ ਪੇਸ਼ੈਂਸ ਸੁਖਬੀਰ ਸਿੰਘ ਬਾਦਲ ਲੈ ਕੇ ਚੱਲਦੇ ਤਾਂ ਅੱਜ ਸੁਖਬੀਰ ਸਿੰਘ ਬਾਦਲ ਕਿਤੇ ਹੋਰ ਹੋਣੇ ਸੀ, ਜਿਸ ਪ੍ਰਕਾਰ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਪੇਸ਼ੈਂਸ ਸੀ। ਸੋ ਕਿੰਨੇ ਲਹਿਜ਼ੇ ਦੇ ਨਾਲ ਅਸੀਂ ਐਜੀਟੇਸ਼ਨ ਕਰਨੀ, ਲੜਨਾ। ਮੈਨੂੰ ਯਾਦ ਹੈ ਕਿ ਇੱਥੇ ਗਏ ਤੇ ਉਹ ਕਹਿੰਦੇ ਕਾਕਾ ਤੁਸੀਂ ਗੇਟ ਤੇ ਕਿਉਂ ਬੈਠੇ, ਅੰਦਰ ਆ ਜਾਓ। ਸੀਗਾ ਅਸੀਂ ਨਹੀਂ ਆਉਂਦੇ ਗੇਟ ਕੁੱਤੇ। ਸੋ ਹੀ ਸੈਡ ਕਿ ਚਲੋ ਤੁਸੀਂ ਨਹੀਂ ਆਉਣਾ ਤਾਂ ਦੱਸੋ, ਮੈਨੂੰ ਦੱਸ ਦਿਓ ਵੀ ਮੈਂ ਤੁਹਾਡਾ ਜੋ ਕਰਨਾ। ਸੋ ਮੈਨੂੰ ਲੱਗਦਾ ਕਿ ਪੇਸ਼ੈਂਸ ਲੈ ਕੇ ਆਉਣੀ ਪੋਲੀਟੀਸ਼ੀਅਨ ਅਸੇ ਇਟਸ ਵੈਰੀ ਵੈਰੀ ਇੰਪੋਰਟੈਂਟ। ਅੱਜ ਤਾਂ ਹੁਣ ਪੇਸ਼ੈਂਸ ਤੁਸੀਂ ਦੇਖੀ ਜਾ ਰਹੇ ਹੋ, ਨਾ ਸਰਕਾਰ 'ਚ ਕਿਸੇ 'ਚ ਪੇਸ਼ੈਂਸ ਹੈ, ਨਾ ਕਿਸੇ ਦੂਜੇ 'ਚ ਪੇਸ਼ੈਂਸ। ਕੋਸ਼ਿਸ਼ ਕਰਦੇ ਜਿਹੜੇ ਵਿਰੋਧੀ ਨੇ ਉਹ ਤਾਂ ਐਂ ਕਹਿੰਦੇ ਨਾ ਵੀ ਤਾਂ ਚੁੱਪ ਆ, ਫਾਈਲਾਂ ਨਾ ਖੁੱਲ ਜਾਣਾ। ਨਹੀਂ ਫਾਈਲ ਮੇਰੀ ਸੁਣੋ, ਮੇਰੀ ਗੱਲ ਹਜੇ ਮੇਰੀ ਕਿਹੜੀ ਫਾਈਲ ਹੈ? ਮੈਂ 3 ਮਹੀਨੇ ਝੁੱਗੇ 'ਚੋਂ ਮੰਤਰੀ ਰਿਹਾ, ਮੈਂ 3 ਮਹੀਨੇ ਮਿਨਿਸਟਰ ਰਿਹਾ, ਔਰ ਮੈਂ ਮਿਨਿਸਟਰ ਬਣ ਕੇ ਜੋ ਕੀਤਾ ਹੈ, ਦੇਖੋ ਕਿਸੇ ਦੀ ਕਾਰਗੁਜ਼ਾਰੀ ਪੁੱਛਣੀ ਹੈ ਤਾਂ ਕਿਸੇ ਡਰਾਈਵਰ ਕਨੈਕਟਰ ਤੋਂ ਪੁੱਛੋ। ਜਿਹੜੇ ਸਾਡੇ ਭਰਾ ਹੈ PRTC ਦੇ ਜਾਂ ਰੋਡਵੇਜ਼ ਦੇ, ਉਹ ਕਹਿਣਗੇ ਵਨ ਆਫ ਦਾ ਬੈਸਟ ਟਰਾਂਸਪੋਰਟ ਮਿਨਿਸਟਰ ਐਵਰ ਜਿਹੜਾ ਅਸੀਂ ਵੇਖਿਆ ਉਹ ਰਾਜਾ ਵੜਿੰਗ ਸੀ, ਕਿ ਜਿਹਨੂੰ ਰੈਂਡਮਲੀ ਕਿਸੇ ਬੱਸ ਤੇ ਚੜ੍ਹ ਜਾਓ। ਬਨਾਮੀ ਤਾਂ ਫਾਈਲ ਤਾਂ ਅੱਜ ਨਾ ਖੋਲੀ ਤਾਂ ਕੱਲ ਨੂੰ ਖੁੱਲ ਜਾਣੀ। ਇਹ ਕੋਈ ਫਾਈਲਾਂ ਪੋਲੀਟੀਸ਼ੀਅਨ ਦੀਆਂ ਜਦੋਂ ਪਤਾ ਕਿਸੇ ਨੇ ਖੋਲ੍ਹਣੀਆਂ ਹੋਣ, ਐਨੀ ਟਾਈਮ ਉਹ ਫਾਈਲ ਕਿਸੇ ਨੂੰ, ਇਹਨਾਂ ਨੇ ਨਾ ਖੋਲੀ ਤਾਂ ਕੋਈ ਹੋਰ ਖੋਲ ਲੇਗਾ। ਇਹ ਫਾਈਲ ਦਾ ਕੋਈ ਡਰ ਨਹੀਂ। ਪੋਲੀਟੀਸ਼ੀਅਨ ਨੂੰ ਇਸ ਗੱਲ ਤੇ ਤਤਪਰ ਰਹਿਣਾ ਚਾਹੀਦਾ ਹੈ ਕਿ ਫਾਈਲ ਤਾਂ ਕਿਸੇ ਵੇਲੇ ਵੀ ਕਿਸੇ ਦੀ ਵੀ ਖੁੱਲ ਸਕਦੀ। ਬੀਜੇਪੀ ਵਾਲੇ ਕਹਿੰਦੇ ਹੁਣ ਤਾਂ ਸੰਧੀਆਂ ਹੋ ਗਈਆਂ, ਹੁਣ ਤਾਂ ਕਹਿੰਦੇ ਇੱਕ ਦੂਜੇ ਦੇ ਖਿਲਾਫ ਜਮਾਂ ਹੀ ਨਹੀਂ ਬੋਲਣਾ। ਨਹੀਂ ਕਿਉਂ ਨਹੀਂ ਬੋਲਣਾ? ਮੈਂ ਹਮੇਸ਼ਾ ਸਰਕਾਰ ਦੇ ਖਿਲਾਫ ਬੋਲਦਾ, ਮੈਂ ਰੋਜ਼ ਭਗਵੰਤ ਮਾਨ ਜੀ ਦੇ ਖਿਲਾਫ, ਮੈਂ ਰੋਜ਼ ਇਹ ਗੱਲ ਕਹਿੰਦਾ ਕਿ ਸਰਕਾਰ ਹਰ ਫਰੰਟ ਤੇ ਫੇਲ ਹੈ। 100% ਸਰਕਾਰ ਹਰ ਫਰੰਟ ਤੇ ਫੇਲ ਹੈ। ਜਿਹੜੀ ਗੱਲ ਕਹਿਣ ਵਾਲੀ ਹੈ, ਕੁਝ ਨਹੀਂ ਕੀਤਾ, ਆ ਵਾਧੂ ਦੀਆਂ ਟੋਟਕੇ ਟਾਟਕੇ ਇੱਧਰਲੀਆਂ ਗੱਲਾਂ, ਉਹਨੂੰ ਛੇੜ ਲਿਆ, ਉਹਨੂੰ ਕਹਿ ਲਿਆ, ਲੋਕਾਂ ਦਾ ਡਾਈਵਰਟ ਕਰਨਾ, ਗੱਲ ਕਰਨਾ। ਅਸਲ ਜਿਹੜੇ ਪੰਜਾਬ ਦੇ ਮੁੱਦੇ ਹੁੰਦਾ ਹਜੇ ਤਿਉਂ ਦੇ ਤਿਉਂ ਪਏ ਆ। ਹਾਂ, ਇਹ ਮੈਂ ਜੇ ਕਹਾਂ ਵੀ ਜੇ ਪਿਓ ਦਾ ਤਾਂ ਐ ਕਰ, ਫੇਰ ਉਹਨੂੰ ਲੋਕ ਗੱਲ ਚੱਕ ਲੈਂਦੇ। ਸੋ ਆਈ ਡੋਂਟ ਵਾਂਟ ਟੂ ਸੇ ਇਹੋ ਜੀ ਗੱਲ ਕਦੇ ਕਿਸੇ ਨੂੰ ਵੀ, ਕਿਉਂਕਿ ਐਸੀ ਗੱਲ ਨਾ ਕਰੋ ਜਿਹੜੀ ਜ਼ਿੰਦਗੀ 'ਚ ਵਿਅਕਤੀ ਕਦੇ ਭੁੱਲ ਨਾ ਜਾਵੇ। ਆਪਾਂ ਵੀ ਥੋੜਾ ਡਾਇਵਰਟ ਹੋਈਏ, ਹਨਾ, ਆਪਾਂ ਪੋਲੀਟੀਕਲ ਵਾਲੇ ਪਾਸੇ ਚੱਲ ਪਏ, ਹਨਾ। ਮੈਂ ਇਹ ਪੁੱਛਦਾ ਸੀਗਾ, ਪਹਿਲੀ ਵਾਰੀ ਕਦੋਂ ਤੁਹਾਨੂੰ ਲੱਗਿਆ ਵੀ ਹਾਂ ਪੋਲੀਟਿਕਸ 'ਚ ਜਾਣਾ ਚਾਹੀਦਾ? ਜਾਂ ਜਿਵੇਂ ਤੁਸੀਂ 99 ਵਾਲੀ ਇਲੈਕਸ਼ਨ 'ਚ ਵਿੱਚ ਰਹੀ, ਜਿਹੜੀ ਉਹ ਜਦੋਂ ਜਗਮੀਤ ਸਿੰਘ ਬਰਾੜ ਹੋਰਾਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਹਰਾਇਆ, ਉਹ ਵੀ ਵਿੱਚ ਸਰਕਾਰ ਦੇ, ਹਨਾ, ਤੇ ਜਦੋਂ ਉਹ ਮੁੱਖ ਮੰਤਰੀ ਦੇ ਬੇਟੇ ਸੀਗੇ, ਮੈਂ ਕਹੂੰਗਾ ਉਹ ਵੀ ਕੋਈ ਕਿੱਸਾ ਯਾਦ ਸਾਂਝੀ ਕਰਿਓ। ਤੇ ਪੋਲੀਟਿਕਸ ਵੱਲ ਕਦੋਂ ਝੁਕਾਅ ਹੋਇਆ ਵੀ ਇੱਧਰ ਆਉਣਾ ਚਾਹੀਦਾ? ਯਾਰ ਮੈਂ ਬਲਾਕ ਪ੍ਰੈਜ਼ੀਡੈਂਟ ਬਣਿਆ ਸੀ, ਮੈਨੂੰ ਯਾਦ ਹੈ ਉਦੋਂ ਸਭ ਤੋਂ ਪਹਿਲਾਂ ਮੇਰੇ ਖਿਆਲ ਬੱਬੂ ਜੀ ਪ੍ਰਧਾਨ ਹੁੰਦੇ ਸੀਗੇ। ਸੋ ਫਿਰ ਅੱਜ ਬਰਾੜ ਸਾਹਿਬ ਦੇ ਨਾਲ, ਸਰਦਾਰ ਜਗਮੀਤ ਸਿੰਘ ਬਰਾੜ ਦੇ ਨਾਲ, ਮੈਨੂੰ ਯਾਦ ਹੈ ਕਿ ਉਹਨਾਂ ਦੇ ਨਾਲ ਬਹੁਤ ਅਸੀਂ ਤੁਰਨਾ ਫਿਰਨਾ ਗੱਡੀ 'ਚ। ਹਾਲਾਂਕਿ ਅਸੀਂ ਛੋਟੇ ਸੀ, ਮੈਂ ਉਸ ਇਲੈਕਸ਼ਨ 'ਚ 99 ਵਾਲੀ ਜਿਹੜੀ ਇਲੈਕਸ਼ਨ ਸੀ, ਅਸੀਂ ਉਹਦੇ 'ਚ ਮੈਨੂੰ ਪਤਾ ਕਿ ਕਿਸ ਤਰ੍ਹਾਂ ਪੁਲਿਸ ਸਾਨੂੰ ਭਾਲਦੀ ਹੁੰਦੀ ਸੀ। ਉਦੋਂ ਸਰਦਾਰਨੀ ਸੁਰਿੰਦਰ ਕੌਰ ਬਾਦਲ ਸਾਹਿਬ ਦਾ ਬਹੁਤ ਟੈਰਰ ਹੁੰਦਾ ਸੀਗਾ। ਸੋ ਲੜਾਈ ਬਹੁਤ ਵੱਡੀ ਸੀ। ਵਾਜਪਾਈ ਜੀ ਦੀ ਸਰਕਾਰ ਸੀਗੀ, ਕੇਂਦਰ ਮੰਤਰੀ ਸਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਤੇ ਬਾਦਲ ਸਾਹਿਬ ਮੁੱਖ ਮੰਤਰੀ ਸਨ ਜੀ। ਸੋ ਬਸ ਫਿਰ ਹੌਲੀ ਹੌਲੀ ਇੱਦਾਂ ਹੀ ਪੋਲੀਟਿਕਸ ਦੇ ਵਿੱਚ ਇੰਟਰਸਟ ਬਣਦਾ ਰਿਹਾ। ਦੇਖਦੇ ਰਹੇ ਕਿ ਪੋਲੀਟੀਸ਼ੀਅਨ ਦਾ ਚਾਮ-ਦਾਮ ਜ਼ਿਆਦਾ ਵਧੀਆ ਹੁੰਦਾ ਹੈ। ਲੋਕ ਆਉਂਦੇ ਨੇ, ਤੁਹਾਨੂੰ ਸੁਣਦੇ ਨੇ, ਇਹਨਾਂ ਨੂੰ ਸਲੂਟ ਕਰਦੇ ਨੇ ਲੋਕ, ਇਹਨਾਂ ਦੀ ਗੱਲਬਾਤ ਹੈ, ਕ੍ਰਿਜ਼ਮੈਟਿਕ ਹੁੰਦੇ ਨੇ ਲੋਕ, ਤੁਹਾਨੂੰ ਸੁਣਨ ਵਾਸਤੇ ਹਜ਼ਾਰਾਂ ਲੋਕ ਬੈਠੇ ਰਹਿੰਦੇ ਨੇ। ਇਹ ਪੈਸੇ ਵਾਲੇ ਦਾ ਜਾਂ ਹੋਰ ਕਿਸੇ ਰੁਤਬੇ ਵਾਲੇ ਦਾ ਇਹਦੇ 'ਚ ਇੰਨਾ ਰਸੂਖ ਨਹੀਂ। ਹਾਂ, ਇਹ ਪੋਲੀਟੀਸ਼ੀਅਨ ਅੰਦਰ ਵੀ ਵਿਚਾਰੇ ਜਾਂਦੇ ਨੇ, ਪਰ ਉਹਦੇ ਨਾਲ ਨਾਲ ਇਹ ਸਾਰੇ ਗੱਲਬਾਤ ਵੀ ਹੁੰਦੀ ਹੈ, ਫਿਰ ਉਹਦੇ ਡਰਾਬੈਕਸ ਵੀ ਹੁੰਦੇ ਆ। ਸੋ ਉਦੋਂ ਲੱਗਿਆ ਕਿ ਨਹੀਂ, ਮੈਨੂੰ ਹੋਰ ਦੱਬ ਕੇ ਸਾਨੂੰ ਕੰਮ ਕਰਨਾ ਚਾਹੀਦਾ ਹੈ, ਐਂਡ ਐਕਟਿਵ ਚੰਗੇ ਤਰੀਕੇ ਨਾਲ ਅਗਰ ਹੋਵਾਂਗੇ ਤਾਂ ਸਾਡੀ ਵੀ ਕਿਸੇ ਦਿਨ ਗੱਲਬਾਤ ਹੋਏਗੀ। ਪਰ ਇੰਨਾ ਨਹੀਂ ਸੋਚਿਆ ਸੀ ਸੱਚ ਸਿਮਰ ਕਿ
ਆਈ ਵਿਲ ਅਚੀਵ ਇੰਨੀ ਛੇਤੀ ਇਹ ਸਾਰੇ ਗੋਲਸ। ਮੈਂ ਇਹ ਜ਼ਰੂਰ ਸੋਚਦਾ ਸੀ ਮੈਂ ਇੱਕ ਵਾਰੀ ਕਦੇ ਜ਼ਿੰਦਗੀ 'ਚ MLA ਬਣ ਜਾਊਂਗਾ। ਸੋ ਮੈਂ ਕਹੂੰਗਾ ਦੇਖੋ ਦੈਟਸ ਅ ਅਚੀਵਮੈਂਟ ਇੱਕ ਆਮ ਪਰਿਵਾਰ ਦੇ ਬੱਚੇ ਦੀ, ਕਿ ਉਹ ਪਹਿਲੀ ਵਾਰੀ MLA ਬਣ ਗਿਆ ਜਿਹੜਾ ਖਾਨਦਾਨ 'ਚ ਕੋਈ ਨਹੀਂ ਸੀ, ਅਤੇ MLA ਬਣ ਗਿਆ ਵੀ ਹੁਣ ਠੀਕ ਹੈ ਚਲੋ ਇੱਕ ਵਾਰੀ MLA ਬਣ ਗਏ। ਪਰ ਇੱਦਾਂ ਰੱਬ ਕਿਰਪਾ ਕਰੂਗਾ ਉਹ ਪਤਾ ਨਹੀਂ ਸੀ, ਫਿਰ ਉਹ ਇੱਦਾਂ ਹੀ ਪੌੜੀ ਚੜ੍ਹਦੇ ਗਏ। ਸੋ ਮੈਂ ਆਇਆ ਸੀ ਕਿ ਪੋਲੀਟੀਸ਼ੀਅਨਾਂ ਦਾ ਕ੍ਰਿਜ਼ਮਾ ਹੁੰਦਾ ਹੈ, ਇਸ ਕਰਕੇ ਪੋਲੀਟਿਕਸ ਤਾਮਝਾਮ ਨੈਚੁਰਲੀ। ਬਹੁਤ ਵੱਡੇ ਵੱਡੇ ਇੰਡਸਟਰੀਅਲਿਸਟ ਹੈ, ਆਈ ਨੋ ਦੈਮ, ਉਹਨਾਂ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਹੈ, 2-2 ਹਜ਼ਾਰ 5-5 ਹਜ਼ਾਰ ਕਰੋੜ ਰੁਪਏ ਦੇ ਮਾਲਕ ਹੈ, 10-10 ਹਜ਼ਾਰ ਕਰੋੜ ਦੇ ਮਾਲਕ ਹੈ। ਸੋ ਪਰ ਉਹਨਾਂ ਦਾ ਕ੍ਰਿਜ਼ਮਾ ਨਹੀਂ ਹੈ ਜਿੰਨਾ ਜਦੋਂ ਕਈ ਵਾਰੀ ਜਾਂਦੇ ਹਾਂ ਤਾਂ ਅਗਲਾ ਕਹਿੰਦਾ ਹੋਰ ਬਾਈ ਕੀ ਹਾਲ ਹੈ। ਸੋ ਉਹ ਜਿਹੜੀ ਹੋਰ ਬਾਈ ਕੀ ਹਾਲ ਹੈ ਪੂਰੀ ਗੱਲ ਹੈ। ਸੋ ਕਦੇ ਕਦੇ ਮੈਂ ਹੁਣ ਪਿੱਛੇ ਜੇ ਅਮਰੀਕਾ ਜਾ ਕੇ ਆਇਆ ਜੀ, ਸੋ ਮੈਂ ਵੇਗਸ ਸੀਗਾ ਤੇ ਸਟਾਰਬਕਸ ਤੇ ਚਾਹ ਪੀ ਜਾਂਦੇ ਸੀ ਮੈਂ ਤੇ ਮੇਰੀ ਵਾਈਫ ਤੇ ਬੱਚੇ, ਤੇ ਉੱਥੇ ਵੀ 4 ਬੰਦੇ ਗੇੜਾ ਕੱਢਦੇ ਤੇ ਉਹ ਆ ਗਏ ਬਾਈ ਜੀ ਰਾਜਾ ਵੜਿੰਗ। ਸੋ ਇਹ ਗੱਲ ਨਾਲ ਤੁਹਾਨੂੰ એનર્ਜੀ ਮਿਲਦੀ, ਇਸੇ ਕਰਕੇ ਪੋਲੀਟਿਕਸ ਦੇ ਵਿੱਚ ਆਏ। ਜਿਵੇਂ ਤੁਸੀਂ ਕਿਹਾ ਪਹਿਲੀ ਵਾਰੀ ਮੈਨੂੰ ਐਂ ਸੀਗਾ ਵੀ ਬਸ MLA ਬਣ ਜਾ, ਮੈਂ ਘਰ ਦਾ ਮੁੰਡਾ, ਹੁਣ ਤਾਂ CM ਤੱਕ ਦਾ ਲੱਗਦਾ ਹੈ ਵੀ ਹਾਂ CM ਬਣਨਾ। ਮੈਂ ਤੁਹਾਨੂੰ ਕਹਿ ਰਿਹਾ ਕਿ ਸੁਪਨੇ ਜਿਵੇਂ ਜਿਵੇਂ ਤੁਸੀਂ ਅੱਗੇ ਪਹੁੰਚਦੇ ਰਹਿੰਦੇ ਹੋ, ਤੁਹਾਡੀਆਂ ਇੱਛਾਵਾਂ ਫਿਰ ਉਵੇਂ ਉਵੇਂ ਵੱਧਦੀਆਂ ਰਹਿੰਦੀਆਂ। ਪਹਿਲਾਂ ਇੱਕ ਵਾਰੀ ਸੀ, ਫਿਰ ਆਖਿਆ ਦੂਜੀ ਵਾਰੀ ਬਣ ਜਾਈਏ ਨਾ ਫਿਰ ਗੱਲ ਬਣ ਜੂ, ਤੀਜੀ ਵਾਰੀ ਬਣ ਜਾਈਏ ਨਾ ਤਾਂ ਹੁਣ ਬਣ ਜੂ। ਇਹ ਗੱਲ ਕਦੇ ਨਹੀਂ ਬਣਨੀ। ਚੀਫ ਮਿਨਿਸਟਰ ਵੀ ਬਣ ਜਾਓਗੇ ਫਿਰ ਵੀ ਗੱਲ ਨਹੀਂ ਬਣਨੀ, ਕਿਉਂਕਿ ਤੁਹਾਡੀ ਇੱਛਾ, ਇਹ ਕਦੇ ਤੁਹਾਡਾ ਮਨ ਹੈ ਜਿਹੜਾ ਇਹ ਰੁਕਦਾ ਹੀ ਨਹੀਂ। ਸੋ ਬਿਲਕੁਲ ਇਹ ਇੱਛਾ ਵੀ ਹੁੰਦੀਆਂ ਹੈਗੀਆਂ, ਔਰ ਪਰ ਕੋਈ ਐ ਨਹੀਂ ਹੈ ਵੀ ਕਾਹਲੀ ਹੈ ਇਹਦੇ ਤੋਂ ਬਿਨਾਂ ਕੋਈ ਜੀਵਨ ਹੀ ਨਹੀਂ ਹੈ। ਬਟ ਹਾਂ ਇਹ ਮਨ 'ਚ ਹੈਗਾ ਕਿ ਅਸੀਂ ਇਹ ਗੋਲ ਕਦੇ ਨਾ ਕਦੇ ਅਚੀਵ ਜ਼ਰੂਰ ਕਰੀਏ। ਔਰ ਅੱਜ ਤੱਕ ਕਦੇ ਕੋਈ ਗੋਲ ਸਿਮਰ ਰਿਹਾ ਹੀ ਨਹੀਂ। ਵਾਟ ਐਵਰ ਜੋ ਸੋਚਿਆ ਸਮਝਿਆ, ਹਾਲਾਂਕਿ ਬਹੁਤ ਵੱਡੇ ਵੱਡੇ ਲੋਕਾਂ ਨੇ ਮੈਨੂੰ ਥੱਲੇ ਜਾਂ ਮੈਨੂੰ ਮਤਲਬ ਠੋਕਣਾ ਇਨ ਦਾ ਸੈਂਸ ਕਿ ਮੈਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ। ਵੱਡੇ ਲੋਕਾਂ ਨੇ ਜਿਨ੍ਹਾਂ ਨਾਲ ਮੇਰਾ ਕੋਈ ਮੁਕਾਬਲਾ ਹੀ ਨਹੀਂ ਸੀ। ਮੁਕਤਸਰ ਦੇ ਲੋਕ ਕਹਿੰਦੇ ਨਾ, ਕਹਿੰਦੇ ਰਾਜਾ ਲੱਕੀ ਹੈ। ਹਾਂ ਆਫਕੋਰਸ, ਇਹ ਵੀ ਅਗਰ ਨਹੀਂ ਕਹੋਗੇ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਬਾਬੇ ਨਾਨਕ ਦੀ ਬਹੁਤ ਅਪਾਰ ਕਿਰਪਾ ਹੈ, ਨਹੀਂ ਤਾਂ ਕਿੱਥੇ ਮੈਂ ਲੱਭੇ ਨਹੀਂ ਹੋਣਾ ਸੀ, ਮਿਲਣਾ ਹੀ ਨਹੀਂ ਸੀ ਮੈਂ ਕਿ ਰਾਜਾ ਵੜਿੰਗ ਵੀ ਕੋਈ ਨਾਮ ਦੀ ਚੀਜ਼ ਹੈ। ਪਰ ਰੱਬ ਨੇ ਉਹ ਗਵਾਚਣ ਨਹੀਂ ਦਿੱਤਾ। ਕਦੇ ਕਦੇ ਮੈਨੂੰ ਲੱਗਦਾ ਕਿ ਇਹ ਸਮੀਕਰਨ ਜਿਹੜੇ ਇੱਥੋਂ ਤੱਕ ਮੇਰੇ ਬੰਦੇ ਪਹੁੰਚੇ ਹੈ, ਪ੍ਰਧਾਨ ਬਣੇ, ਇਹ ਕੇਵਲ ਤੇ ਕੇਵਲ ਰੱਬ ਨੇ ਇਹ ਸਮੀਕਰਨ ਮੇਰੇ ਕਰਕੇ ਬਣਾਏ। ਸੋ ਕਈ ਵਾਰੀ ਰੱਬ ਹਾਲਾਤ ਬਣਾ ਦਿੰਦਾ ਨਾ, ਇੱਥੋਂ ਤੱਕ ਪ੍ਰਧਾਨ ਤੱਕ ਪਹੁੰਚਣ ਦੇ ਹਾਲਾਤ ਰੱਬ ਪੈਦਾ ਕਰਦਾ ਰਿਹਾ। ਅੱਛਾ, ਪੱਗ ਆਪ ਬੰਨ੍ਹਦੇ ਹੋ? 100% ਆਨੰਦ ਆਉਂਦਾ। ਹੁਣ ਮੈਨੂੰ ਕਦੇ ਕਦੇ ਵਾਲਾਂ ਤੋਂ ਬਿਨਾਂ ਨਾ ਐਂ ਲੱਗਦਾ ਕਿ ਯਾਰ ਇਹ ਸ਼ਕਲ ਜੀ ਠੀਕ ਨਹੀਂ ਲੱਗ ਰਹੀ। ਸੋ ਪਹਿਲਾਂ ਮੈਨੂੰ ਲੱਗਦਾ ਸੀ ਪੱਗ, ਯਾਰ ਪੱਗ ਤਾਂ ਬੜਾ ਔਖਾ ਕੰਮ ਹੈ, ਇਹ ਤਾਂ ਮੈਂ ਤਾਂ ਇਹ ਸੋਚਿਆ ਹੀ ਨਹੀਂ ਸੀ ਕਦੇ ਬੰਨੂਗਾ। ਮੁੱਖ ਮੰਤਰੀ ਬਣਨਾ ਤਾਂ ਬਣਨ ਲੱਗੇ? ਨਹੀਂ, ਮੈਨੂੰ ਲੱਗਦਾ ਕਿ ਸਿਮਰ ਹੁਣ ਨਾ ਆਪਦੇ ਆਪ ਨੂੰ ਵਾਲ ਜੇ ਤੇ ਮਤਲਬ ਕਿ ਬੰਦਾ ਲੱਗਦਾ ਕਿ ਨਹੀਂ ਯਾਰ ਹਜੇ ਅਸੀਂ ਉਹੀ ਸ਼ੋਰ ਮੱਤ ਜੀ 'ਚ ਹੈਗੇ ਆ। ਸੋ ਮੈਨੂੰ ਲੱਗਦਾ ਇੱਕ ਬੰਦਾ ਸਿਆਣਾ ਲੱਗਦਾ, ਜਦੋਂ ਸਿਆਣੇ ਹੋ ਜਾਂਦੇ ਆਪਣੇ ਬਜ਼ੁਰਗ ਤੋਂ ਦਾੜੀਆਂ, ਸਿਆਣਾ ਲੱਗਦਾ, ਸੁਲਝਿਆ ਲੱਗਦਾ। ਮੈਨੂੰ ਪਹਿਲਾਂ ਵੀ ਗਿੱਦੜਬਾਹ ਦੇ ਬਾਬੇ ਸਾਰੇ ਕਹਿੰਦੇ ਸੀ ਕਾਕਾ ਪੱਗ ਬੰਨ੍ਹਿਆ, ਕਾਕਾ ਪੱਗ ਬੰਨ੍ਹਿਆ ਕਰੋ। ਸੋ ਇੱਕ ਉਹ ਪਰਸੈਪਸ਼ਨ ਪੰਜਾਬ ਦੇ ਲੋਕਾਂ ਦੇ ਵਿੱਚ ਸਿਆਣੇ ਦੀ ਪੱਗ ਹੈਗੀ ਆ ਵੀ ਕਿਤੇ ਨਾ ਕਿਤੇ, ਹਾਲਾਂਕਿ ਬਹੁਤ ਸਾਰੀਆਂ ਹਜੇ ਵੀ ਮੈਂ ਸਮਝਦਾ ਕਿ ਮੈਂ ਓਨਾ ਸਮਝਦਾਰ ਨਹੀਂ ਹੋਊਂਗਾ, ਬੰਦਾ ਰੋਜ਼ ਸਿੱਖਦਾ ਜ਼ਿੰਦਗੀ 'ਚ, ਪਰ ਪੱਗ ਦੇ ਨਾਲ ਕਿਤੇ ਨਾ ਕਿਤੇ ਇੱਕ ਪਰਸੈਪਸ਼ਨ ਇਹ ਵੀ ਬਣਦੀ ਹੈ ਕਿ ਨਹੀਂ ਭਾਈ ਹੁਣ ਇਹ ਸਿਆਣਪ ਵਾਲੇ ਪਾਸੇ ਤੁਰ ਪਏ। ਇਹ ਵੀ ਜਿਹੜੇ ਐਂ ਕਹਿੰਦੇ ਆ ਵੀ ਮਤਲਬ ਮੁੱਖ ਮੰਤਰੀ ਬਣਨ ਵਾਸਤੇ ਰਾਜੇ ਵੜਿੰਗ ਨੇ ਪੱਗ ਬੰਨਣੀ ਸ਼ੁਰੂ ਕਰਤੀ। ਮੈਂ ਤਾਂ ਕਹਿੰਦਾ ਮੇਰੇ ਤੋਂ ਬਹੁਤ ਵੱਡੇ ਹਜੇ ਮੇਰੇ ਤੋਂ ਵੱਡੀ ਉਮਰ ਦੇ ਸਾਡੀ ਕਾਂਗਰਸ 'ਚ ਬੜੇ ਲੀਡਰ ਪਏ ਹੈ, ਕੋਈ ਮੈਨੂੰ ਕਾਹਲੀ ਨਹੀਂ ਹੈ। ਉਹ ਉਹਨਾਂ ਨੂੰ ਜੈਲਸੀ ਹੈ ਐਕਚੁਅਲੀ, ਜਿਹੜੇ ਲੋਕ ਇੱਦਾਂ ਕਹਿੰਦੇ ਆ। ਜੈਲਸੀ ਤਾਂ ਹਰ ਖੇਤਰ 'ਚ ਹੁੰਦੀ ਹੈ, ਸਾਡੇ ਵਾਲੇ 'ਚ ਵੀ ਹੋਊਗੀ। ਹਾਂ ਹਰੇਕ 'ਚ ਹੀ ਹੁੰਦੀ ਹੈ। ਨਹੀਂ ਵੀ ਪੱਗ ਬੰਨ੍ਹਣ ਵਾਸਤੇ ਰਾਜੇ ਵੜਿੰਗ ਨੇ ਉਹ ਕਰ ਲਈ, ਨਹੀਂ। ਹੁਣ ਜੇ ਮੈਂ ਤੁਹਾਨੂੰ ਕਹਾਂ ਤੁਸੀਂ ਪੱਗ ਵਾਸਤੇ ਫਲਾਂ ਕਰ ਲਿਆ, ਇਹ ਬਿਲਕੁਲ ਗਲਤ। ਮੈਂ ਤਾਂ ਸ਼ੁਰੂ ਤੋਂ ਬੰਨਦਾ ਨਾ। ਨਹੀਂ, ਹੋਰ ਬਥੇਰੇ ਬੰਦੇ ਸਿਮਰ, ਨੋਟ ਕਿ ਤੁਸੀਂ, ਹੋਰ ਬਥੇਰੇ ਬੰਦੇ ਕੋਈ ਪੱਗ ਬੰਨ੍ਹਣ ਵਾਸਤੇ ਜਿਨ੍ਹਾਂ ਨੇ ਬੰਨ੍ਹਣਾ। ਕਈ ਮੋਨੇ ਵੀ ਮੁੱਖ ਮੰਤਰੀ ਦੀ ਰੇਸ 'ਚ ਹੈਗੇ। ਮੇਰੇ ਕਹਿੰਦਾ ਮਤਲਬ ਜ਼ਰੂਰੀ ਨਹੀਂ ਹੈ ਕਿ ਪੱਗ ਵਾਲਾ ਜਾਂ ਮੋਨਾ ਜਾਂ ਕੋਈ ਹੋਰ ਨਹੀਂ ਬਣ ਸਕਦਾ। ਇਹ ਤਾਂ ਪੰਜਾਬ ਦੇ ਲੋਕਾਂ ਨੇ ਵੇਖਣਾ ਹੈ ਵੀ ਕਿਹਨੂੰ ਬਣਾਉਣਾ ਹੈ। ਪੱਗਾਂ ਤਾਂ ਬਹੁਤ ਸਾਰੀਆਂ ਲੋਕਾਂ ਦੇ ਬੰਨੀਆਂ, ਇਹਦਾ ਮਤਲਬ ਪੱਗ ਵਾਲਾ ਥੋੜ੍ਹੀ ਹਰ ਬੰਦਾ ਮੁੱਖ ਮੰਤਰੀ ਬਣ ਜਾਂਦਾ।
ਸੋ ਮੇਰੇ ਕਹਿਣ ਦਾ ਮਤਲਬ ਕਿ ਪੱਗ ਇੱਕ ਕ੍ਰਾਈਟੇਰੀਆ ਨਹੀਂ ਹੈ ਕੋਈ ਪੱਗ ਵਾਲਾ ਮੁੱਖ ਮੰਤਰੀ ਬਣਨਾ ਜਾਂ ਨਹੀਂ ਬਣਨਾ। ਬੰਦੇ 'ਚ ਹੋਰ ਸਾਰੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ। ਪੰਜਾਬ ਦੇ ਲੋਕ ਇਹ ਨਹੀਂ ਹੈ ਉਹਨੂੰ ਪਸੰਦ ਕਰਨ। ਪੰਜਾਬ ਦੇ ਲੋਕ ਹਰ ਗੱਲ 'ਤੇ ਬੰਦੇ ਇਹ ਸੋਚਣ ਕਿ ਸੱਚਾ ਸੁੱਚਾ ਹੈ, ਝੂਠਾ ਨਹੀਂ ਹੈ, ਗੱਲਬਾਤ ਕਰੇਗਾ, ਤਲਖੀ ਨਹੀਂ ਖਾਣ ਵਾਲਾ, ਗੁੱਸੇ ਨਹੀਂ ਹੋਏਗਾ। ਤੁਹਾਨੂੰ ਤਾਂ ਇਹ ਕਹਿ ਦਿੰਦੇ ਨਾ ਵੀ ਤੁਸੀਂ ਤਾਂ ਛੇਤੀ ਤਲਖੀ ਖਾ ਜਾਂਦੇ ਹੋ, ਤੁਸੀਂ ਗੁੱਸੇ ਜਾ ਜਾਂਦੇ ਹੋ, ਹਨਾ ਕਹਿ ਦਿੰਦੇ ਸੀ। ਹੁਣ ਤੁਹਾਡੀ ਉਹ ਵੀਡੀਓ ਵੀ ਉਹ ਰਿਸ਼ਤੇਦਾਰ ਹੀ ਕੁੱਟਦਾ ਸੀਗਾ ਕਿਰਾਂ। ਨਹੀਂ ਬ੍ਰਦਰ, ਉਹਨੂੰ ਪ੍ਰੈਜੈਂਟੇਸ਼ਨ ਗਲਤ ਪੇਸ਼ ਕੀਤੀ ਜਾਂਦੀ ਹੈ। ਮੈਂ ਕੁੱਟਿਆ ਨਹੀਂ ਗਾ ਉਹ ਤੁਹਾਨੂੰ। ਹੁਣ ਇਹੀ ਪ੍ਰੋਬਲਮ ਹੈ, ਤੁਹਾਨੂੰ ਹਰ ਬੰਦੇ ਨੂੰ ਤੁਸੀਂ ਜਾ ਕੇ ਸਮਝਾ ਨਹੀਂ ਸਕਦੇ ਵੀ ਐਕਚੁਅਲੀ ਕਹਾਣੀ ਕੀ ਸੀ। ਬਾਹਰ 300 ਬੰਦੇ ਗਾਲਾਂ ਕੱਢ ਰਹੇ ਸੀ ਮੈਨੂੰ। 300 ਬੰਦਿਆਂ ਨੇ ਘੇਰਾ ਪਾਇਆ ਹੋਇਆ ਸੀਗਾ, ਵਿਰੋਧੀਆਂ ਨੇ। ਪਾਰਲੀਮੈਂਟ ਦਾ ਇਲੈਕਸ਼ਨ ਸੀ, ਬੂਥ ਤੇ ਰੌਲਾ ਪਾਉਂਦੇ ਸੀ ਕੈਪਚਰ ਕਰਨ। ਮੈਂ ਉਸ ਘਰੇ, ਉਹ ਜਦੋਂ ਬੰਦੇ ਆਏ, ਬਾਹਰੋਂ ਬੰਦੇ ਆਏ, ਤੇ ਮੈਂ ਉਸ ਘਰੇ ਅੰਦਰ ਸੀਗਾ। ਮੇਰੇ ਹੱਥ 'ਚ ਮੇਰਾ ਆਪਦਾ ਪਿਸਟਲ ਵੀ ਸੀਗਾ। ਮੈਂ ਆਪਦੇ ਪਿਸਟਲ ਨੂੰ ਉਹਨਾਂ ਦੇ ਮਾਤਾ ਜੀ ਦਾ ਦਰਬਾਰ ਸੀ, ਉਹ ਫੱਟੇ ਦੇ ਥੱਲੇ ਰੱਖਤਾ ਤੇ ਮੈਂ, ਉਹ ਮੇਰਾ ਬ੍ਰਦਰ ਇਨ ਲਾਅ ਹੈ, ਮੇਰਾ ਸਕਾ, ਮੇਰੀ ਘਰ ਵਾਲੀ ਦਾ ਭਰਾ ਹੈ, ਜਿਹਦੇ ਮੈਂ ਕਿਹਾ ਮੈਂ ਤੇਰੇ ਮਾਰੂੰਗਾ, ਮਾਰਿਆ ਨਹੀਂ, ਮਾਰੂੰਗਾ। ਸੋ ਐ ਹੱਥ ਕਰ ਰਿਹਾ ਤੇ ਉਹ ਮੈਨੂੰ ਵਿਚਾਰਾ ਬਾਹਰ ਜਾਣ ਤੋਂ ਰੋਕ ਰਿਹਾ ਸੀ ਕਿ ਭਾਜੀ ਬਾਹਰ ਨਾ ਜਾਓ, ਕੋਈ ਹੰਗਾਮਾ ਵੱਡਾ ਨਾ ਹੋ ਜੇ। ਮੈਂ ਉਹਨੂੰ ਆਖਿਆ ਤੂੰ ਪਰਾਂ ਹਟ, ਤੂੰ ਮੈਨੂੰ ਇਹਨੂੰ ਐ ਕੋਈ ਮਾਰ ਦੇਗਾ। ਸੋ ਉਹ ਵੀਡੀਓ ਹੈ। ਉਹ ਫਿਰ ਹੁਣ ਜਿਹਨੂੰ ਨਹੀਂ ਪਤਾ ਇਹ ਕਹਾਣੀ, ਉਹ ਇਹ ਸਮਝਦਾ ਕਿ ਸ਼ਾਇਦ ਰਾਜਾ ਵੜਿੰਗ ਕਿਸੇ, ਉਹ ਕਹਿੰਦੇ ਰਾਜਾ ਤਲਖੀ ਛੇਤੀ ਖਾ ਜਾਂਦੇ ਸੀ। ਮੈਂ ਬਿਲਕੁਲ ਕਹਿ ਰਿਹਾ, ਮੈਂ ਤਾਂ ਅੱਗੇ ਹੀ ਕਹਿੰਦਾ, ਮੈਂ ਸਾਰਿਆਂ ਨੂੰ ਕਹਿੰਦਾ, ਮੈਂ ਕਿਹਾ ਲੋਕ ਦੋਨੇ ਪਾਸੇ ਨਹੀਂ ਛੱਡਦੇ। ਪਹਿਲਾਂ ਲੋਕ ਕਹਿੰਦੇ ਸੀ ਵੀ ਬਈ ਇਹਦਾ ਕੀ ਹੈ, ਰਾਜਾ ਵੜਿੰਗ ਤਾਂ ਯਾਰ ਤੜਿੰਗੀ ਰਹਿੰਦਾ, ਪਤਾ ਨਹੀਂ ਇਹਨੇ ਕੀ ਕਰ ਦੇਣਾ। ਅੱਛਾ, ਅਕਸਰ ਹੀ ਕਹਿ ਦਿੰਦੇ ਸੀ ਪਤਾ ਨਹੀਂ ਕੀ ਬੋਲੂਗਾ ਤੇ ਕੀ ਕਰ ਦੂਗਾ। ਹੁਣ ਲੋਕ ਕਹਿੰਦੇ ਕਿ ਯਾਰ ਰਾਜਾ ਵੜਿੰਗ ਜੇ ਘੱਟ ਬੋਲਦੇ ਹੈ, ਸਹਿਜਤਾ ਨਾਲ ਬੋਲੀਦਾ ਹੈ ਤੇ ਪ੍ਰੇਮ ਨਾਲ ਬੋਲੀਦਾ ਹੈ, ਤੇ ਹਰ ਵਿਅਕਤੀ ਨੂੰ ਹਾਂਜੀ ਕਹੀਦਾ ਹੈ, ਤੇ ਉਹ ਕਹਿੰਦੇ ਡਰਦਾ ਹੈ ਤੇ ਬੋਲਦਾ ਨਹੀਂਗਾ। ਸੋ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਆਪਦਾ ਕੰਮ ਕਰੀ ਜਾਣਾ। ਉਹ ਕਹਿੰਦੇ ਨਾ ਦਾਤੀ ਦੇ ਦੰਦੇ ਇੱਕ ਪਾਸੇ, ਦੁਨੀਆ ਦੇ ਦੋ ਪਾਸੇ। ਹਾਂ, ਮੈਂ ਕੱਲ ਪਰਸੋਂ ਜਦੋਂ ਉੱਥੇ ਗਿਆ ਸੀ ਸਰਦੂਲਗੜ੍ਹ, ਉੱਥੇ ਵੀ ਮੁੰਡੇ ਜਿਹੇ ਆ ਗਏ ਮੇਰੇ ਕੋਲੇ ਅੱਗੇ ਵੀਡੀਓ ਲੈ ਕੇ, ਤੇ ਉਹ ਮੈਨੂੰ ਕਹਿੰਦੇ ਉਹ ਕਰ ਲਿਆ ਕੈਮਰਾ। ਮੈਂ ਬਾਹਰ ਖੜਾ ਰਿਹਾ, ਮੈਂ ਕਿਹਾ ਯਾਰ ਅਸੀਂ ਤਾਂ ਦੋਵੇਂ ਪਾਸੇ ਫਸੇ ਹਾਂ। ਕਹਿੰਦਾ ਦੱਸੋ ਤੁਸੀਂ ਕੀ ਕਰੋਗੇ? ਮੈਂ ਕਿਹਾ ਤਾਂ ਦੋਵੇਂ ਪਾਸੇ ਫਸੇ ਹਾਂ। ਜੇ ਤਾਂ ਪਾਣੀ 'ਚ ਵੜਦੇ ਤੁਸੀਂ ਕਹਿੰਦੇ ਡਰਾਮੇ ਕਰਦੇ, ਤੇ ਜੇ ਪਾਣੀ 'ਚ ਨਹੀਂ ਜਾਂਦੇ ਤਾਂ ਅਗਲਾ ਕਹਿੰਦਾ ਬਾਹਰੋਂ ਹੀ ਮੁੜ ਗਿਆ ਉਵੇਂ। ਸੋ ਪੋਲੀਟੀਸ਼ੀਅਨ ਦੇ ਫਿਰ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ। ਮੈਂ ਇੱਕ ਦੋ ਸਵਾਲ ਹੋਰ ਕਰਨੇ ਆ। ਜਿਵੇਂ ਤੁਸੀਂ ਕਿਹਾ ਕਿ ਮੇਰੇ ਬੱਚਿਆਂ ਦੇ ਹਨਾ ਸਕੂਲੋਂ ਲਾਂਭੇ ਆਉਂਦੇ ਹੀ ਰਹਿੰਦੇ, ਜਾਂ ਮਤਲਬ ਬੇਟੇ ਦੇ ਸੱਦ ਲੈਂਦੇ ਆ ਹਨਾ, ਜਾਂ ਤਾਂ ਤੁਸੀਂ ਜਾਣਦੇ ਹੋ PTM ਵਗੈਰਾ ਤੇ? ਯਾਰ ਮੈਂ ਦਿੱਲੀ ਬੱਚੇ ਪੜ੍ਹਦੇ ਸੀ ਉਦੋਂ ਤਾਂ 2-3 ਵਾਰੀ ਮੈਂ ਗਿਆ, ਅਦਰਵਾਈਜ਼ ਤਾਂ ਇਹ ਸਾਹਮਣਾ ਮੇਰੀ ਘਰ ਵਾਲੀ ਨੂੰ ਕਰਨਾ ਪੈਂਦਾ। ਤੁਸੀਂ ਨਹੀਂ ਜਾਂਦੇ? ਪਰ ਮੈਂ ਹੁਣ ਅੱਜ ਹੀ ਕਹਿ ਰਿਹਾ ਸੀ ਉਹਨੂੰ ਕਿ ਹੁਣ ਮੈਨੂੰ ਲੱਗਿਆ ਜ਼ਿਆਦਾ ਹੋ ਗਿਆ, ਮੈਨੂੰ ਜਾਣਾ ਚਾਹੀਦਾ। ਅੱਜ ਕੱਲ੍ਹ ਮੈਨੂੰ ਲੱਗਦਾ ਟੀਚਰਸ ਵੀ ਜਿਹੜੇ ਹੈ ਨਾ ਵਿਚਾਰੇ ਨਰਮ ਹੈ, ਕੁਛ ਕਹਿੰਦੇ ਹੀ ਨਹੀਂ, ਕਿਉਂਕਿ ਕੁਝ ਮਾਂ ਪਿਓ ਕਹਿੰਦੇ ਆ ਕਿ ਨਹੀਂ ਜੀ ਸਾਡੇ ਬੱਚੇ ਨੂੰ ਮਾਰਨਾ ਹੀ ਨਹੀਂ। ਤੁਹਾਡੇ ਹੀ ਕੁੱਟ ਦਿੰਦੇ ਸੀ? ਸਾਡੇ ਹੀ ਤਾਂ ਮੈਨੂੰ ਯਾਦ ਹੈ, ਤੁਸੀਂ ਕਹਿੰਦੇ ਸ਼ਰਾਰਤ ਦੱਸਦੇ, ਸਾਡੀ ਇੱਕ ਟੀਚਰ ਦਾ ਨਾਮ ਹੁੰਦਾ ਸੀ ਧਰਮਿੰਦਰ ਮੈਮ। ਸੋ ਕਲਾਸ 'ਚ ਸਰਦੀਆਂ ਦੇ ਦਿਨ ਸੀ, ਤੇ ਜਦੋਂ ਮੈਡਮ ਆਏ ਤੇ ਮੈਂ ਕਿਹਾ ਵੀ ਆ ਗਿਆ ਧਰਮਿੰਦਰ, ਤੇ ਮੈਡਮ ਨੇ ਮੈਨੂੰ ਟਾਲਿਆ। ਬਈ ਉਦੋਂ ਸਟਿਕਸ ਹੁੰਦੀਆਂ ਸੀ, ਉਹ ਮੈਂ ਹੱਥ, ਮੈਨੂੰ ਪਤਾ ਹੈ ਕਿ ਨੀ ਡਾਊਨ ਕਰਾ ਕੇ ਮੇਰੇ ਖਿਆਲ 5 ਘੰਟੇ ਰੱਖਿਆ ਤੇ ਕੁੱਟਿਆ, 100 ਸਟਿਕਸ ਮਾਰੀਆਂ। ਤੇ ਘਰੇ ਜਾ ਕੇ ਦੱਸਣ ਦੀ ਜ਼ਰੂਰਤ ਨਹੀਂ ਸੀ ਕਿ ਮੈਡਮ ਨੇ ਸਾਨੂੰ ਮਾਰਿਆ। ਔਰ ਜਿਨ੍ਹਾਂ ਲੋਕਾਂ ਨੇ ਸਾਨੂੰ ਕੁੱਟਿਆ ਜਾਦੇ ਜਾਂ ਚੰਡਿਆ ਜਾਦੇ, ਅਸੀਂ ਉਹਨਾਂ ਦੀ ਰਿਸਪੈਕਟ ਬਹੁਤ ਕਰਦੇ। ਮੈਂ ਹੁਣ ਵੀ ਕਦੇ ਮਿਲ ਜਾਂਦਾ ਪੈਰੀ ਹੱਥ ਲਾਈਦਾ, ਕਿਉਂਕਿ ਉਹ ਸਾਨੂੰ ਤਾਲੀਮ ਦਿੰਦੇ ਸੀ। ਅਗਰ ਉਹ ਇਹ ਕੰਮ ਨਾ ਕਰਦੇ ਸੀ ਸ਼ਾਇਦ ਫਿਰ ਇਹ ਦੁਬਾਰੇ ਅਸੀਂ ਗਲਤੀ ਕਰਦੇ। ਅੱਜ ਕੱਲ੍ਹ ਟੀਚਰਸ ਵੀ ਵਿਚਾਰੇ ਮਾਰਦੇ ਨਹੀਂ ਹੈ, ਤੇ ਮਾਂ ਪਿਓ ਵੀ ਇਹ ਗੁੱਸੇ ਹੋ ਗਏ ਹੈ ਵੀ ਟੀਚਰ ਝਿੜਕਦੇ ਤਾਂ ਤੜਕੀ ਲੈ ਕੇ ਝੋਲਾ ਚੱਕ ਕੇ ਤੇ ਪਹੁੰਚ ਜਾਂਦੇ ਹੈ। ਸੋ ਕੁਝ ਇਹ ਵੀ ਹੈਗਾ। ਹੁਣ ਮੈਂ ਸੋਚਿਆ ਸੀ ਵੀ ਸ਼ਿਕਾਇਤਾਂ ਮੁੰਡੇ ਦੀਆਂ ਜ਼ਿਆਦਾ ਆ ਰਹੀਆਂ, ਤੇ ਤੈਨੂੰ ਹੀ ਜਾਣਾ ਪਏਗਾ। ਸੋ ਉੱਥੇ ਤਾਂ PTMs ਜੁਆਇਨ ਕਰ ਲੈਂਦਾ ਸੀ, ਇੱਥੇ ਸਮਾਂ ਵੀ ਨਹੀਂ ਮਿਲਦਾ। ਤੇ ਇਹੋ ਜਿਹੀ ਗੱਲ ਤੇ ਫਿਰ ਮੈਂ ਆਪਦੀ ਘਰ ਵਾਲੀ ਨੂੰ ਉਹ ਜ਼ਿਆਦਾ ਚੰਗੇ ਤਰੀਕੇ ਨਾਲ ਹੈਂਡਲ ਕਰ ਲੈਂਦਾ। ਸਿਆਸੀ ਗੁਰੂ ਕੌਣ ਆ ਤੁਹਾਡਾ? ਟੂ ਬੀ ਵੈਰੀ ਓਨੈਸਟ, ਐਜ਼ ਯੂਜ਼ੁਅਲ ਮੈਂ ਸਿਆਸੀ ਗੁਰੂ ਆਈ ਡੋਂਟ ਥਿੰਕ ਸੋ ਐਨੀਬਡੀ। ਕਿਸੇ ਨੂੰ ਤਾਂ ਐਡਮਾਇਰ ਕਰਦੇ ਹੋਵੋਗੇ, ਕੋਈ ਵਧੀਆ ਲੱਗਦਾ ਹੋਊ?
ਨਹੀਂ ਐਡਮਾਇਰ ਆ ਲਾਸਟ ਜੇ ਤੇ ਜਾ ਕੇ ਤਾਂ ਮੈਂ ਟੂ ਬੀ ਵੈਰੀ ਓਨੈਸਟ ਤੁਹਾਨੂੰ ਲੱਗੇਗਾ ਕਿ ਕੀ ਕਹਿ ਰਿਹਾ ਮੈਂ ਵੱਡੇ ਬਾਦਲ ਸਾਹਿਬ ਨੂੰ ਵੀ ਐਡਮਾਇਰ ਕਰਦਾ ਰਿਹਾ ਕਿ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਬਿਕੋਜ਼ ਮੈਨੂੰ ਵੀ 2-3 ਵਾਰੀ ਉਹਨਾਂ ਦੇ ਫੋਨ ਆਉਂਦੇ ਕਾਕਾ ਤੁਸੀਂ ਬਣੇ ਨਹੀਂ ਨੁਕਸਾਨ ਹੋ ਗਿਆ ਮੰਤਰੀ ਨਹੀਂ ਬਣੇ ਮੈਨੂੰ ਇੱਕ ਵਾਰੀ ਮੇਰੀ ਲੱਗੀ ਸੀ ਖਬਰ ਸੰਗਤ ਦਰਸ਼ਨ ਦੀ ਮੈਂ ਉਹਨਾਂ ਨੂੰ ਉਂਗਲ ਕਰਕੇ ਖੜਾ ਸੀ ਤੇ ਮੈਂ ਉਦੋਂ ਮੰਤਰੀ ਵੀ ਨਹੀਂ ਬਣਿਆ ਤੇ ਉਹ ਲਿਖਿਆ ਸੀ ਕਿ ਰਾਜਾ ਵੜਿੰਗ ਹੁਣ ਨਿਰਾਸ਼ ਹੈ ਘਰੇ ਬੈਠਾ ਐਂਡ ਹੀ ਕਾਲਡ ਮੀ ਹੀ ਸੈਡ ਕਿ ਰਾਜਾ ਮੈਂ ਥੋੜੀ ਖਬਰ ਪੜ੍ਹੀ ਸੀ ਕਾਕਾ ਜੀ ਉਹਦੇ 'ਚ ਨਿਰਾਸ਼ਤਾ ਨਜ਼ਰ ਆਈ ਸੋ ਨਿਰਾਸ਼ ਨਹੀਂ ਹੋਣਾ ਜ਼ਿੰਦਗੀ 'ਚ ਕਿਸੇ ਨਿਰਾਸ਼ ਨਹੀਂ ਹੋਣਾ ਜ਼ਿੰਦਗੀ 'ਚ ਦਿਨ ਆਉਂਦੇ ਜਾਂਦੇ ਰਹਿੰਦੇ ਆ ਦੂਜਾ ਕਿਹਾ ਉਹਨਾਂ ਨੇ ਕਿ ਦੁਸ਼ਮਣ ਵੀ ਘਰੇ ਆਵੇ ਤਾਂ ਉਹਦਾ ਕੰਮ ਕਰਦੇ ਸੋ ਹੀ ਇਜ਼ ਅ ਗੁੱਡ ਲੀਡਰ ਆਲਦੋ ਕਦੇ ਕਦੇ ਮੈਨੂੰ ਅਫਸੋਸ ਹੁੰਦਾ ਹੈ ਕਈ ਵਾਰੀ ਮੰਚ 'ਤੇ ਉਹਨਾਂ ਦੇ ਬਿਕੋਜ਼ ਉਹਨਾਂ ਦੇ ਖਿਲਾਫ ਵੀ ਨਾਟ ਕਿ ਸੁਖਬੀਰ ਜੀ ਦੇ ਖਿਲਾਫ ਬੋਲੇ ਮੈਨੂੰ ਕਿਸੇ ਗੱਲ ਦਾ ਉਹ ਹੈਗਾ ਬਿਕੋਜ਼ ਬਟ ਵੱਡੇ ਬਾਦਲ ਸਾਹਿਬ ਦੀ ਇੱਕ ਚੰਗੀ ਸ਼ਖਸੀਅਤ ਸੀਗੇ ਐਂਡ ਬਰਾੜ ਸਾਹਿਬ ਤੋਂ ਇਹ ਸਿੱਖਿਆ ਕਿ ਵੀ ਜਗਮੀਤ ਸਿੰਘ ਬਰਾੜ ਹਾਂ ਵੀ ਗੁੱਸੇ ਬਹੁਤਾ ਮਤਲਬ ਕਿ ਐਕਸਟ੍ਰੀਮ 'ਚ ਨਾ ਚਲੇ ਜਾਓ ਬਰਾੜ ਸਾਹਿਬ ਮੈਂ ਮਗਰ ਕਦੇ ਵੀ ਹੁੰਦਾ ਨਾ ਜਦੋਂ ਕੋਈ ਗੱਲ ਮੈਨੂੰ ਗੁੱਸਾ ਆਉਂਦਾ ਪਾਰਟੀ 'ਤੇ ਆਉਂਦਾ ਤਾਂ ਫਿਰ ਮੈਨੂੰ ਲੱਗਦਾ ਰਹਿੰਦਾ ਕਿ ਨਹੀਂ ਸੋਚ ਸਮਝ ਕੇ ਕੋਈ ਐਸੀ ਗੱਲ ਨਾ ਕਹਿ ਦਿਓ ਕਿ ਵੀ ਤੁਹਾਡਾ ਨੁਕਸਾਨ ਹੋ ਜਾਏ ਕਿਉਂਕਿ ਬਰਾੜ ਸਾਹਿਬ ਬਹੁਤ ਵੋਕਲ ਸੀ ਕਈ ਵਾਰੀ ਕਹਿ ਦਿੰਦੇ ਸੀ ਕਿ ਸਟ੍ਰੇਟ ਫਾਰਵਰਡ ਸੀਗੇ ਬਹੁਤ ਤੁਸੀਂ ਕਿਹਾ ਕਿ ਇਹ ਤਾਮਾ ਜਾਮਾ ਮੈਂ ਤਾਂ ਪੋਲੀਟਿਕਸ 'ਚ ਆ ਗਿਆ ਕਦੇ ਇਕੱਲਿਆਂ ਕਿਤੇ ਜਾਣ ਨੂੰ ਜੀ ਕਰਦਾ ਸਿਕਿਉਰਿਟੀ ਛੱਡ ਕੇ ਵੀ ਹਾਂ ਖੈਰ ਬਾਹਰ ਜਾਇਆ ਉਹਨੇ ਗੇੜਾ ਲਾਇਆ ਉਹਨੇ ਪੰਜਾਬ 'ਚ ਕਿਤੇ ਜਾਣ ਨੂੰ ਗਿੱਦੜਬਾਹੇ ਕਿਤੇ ਜਾਣ ਨੂੰ ਜਿੱਥੇ ਘੁੰਮਦੇ ਰਹੇ ਹੋ ਛੋਟੇ ਹੁੰਦੇ ਹਾਂ ਐਕਚੁਅਲੀ ਤਾਂ ਯਾਰ ਇਹ ਜਿਹੜਾ ਆ ਚਾਮ ਦਾਮ ਵਿਖਾਵਾ ਹੈ ਨਾ ਯਾਰ ਇਟਸ ਇਹ ਸਿਰਫ ਲੋਕਾਂ ਨੇ ਇੱਕ ਇਮੇਜ ਬਣਾਤੀ ਪੰਜਾਬ ਦੇ ਲੋਕਾਂ ਨੇ ਅਦਰਵਾਈਜ਼ ਤਾਂ ਇਹਦਾ ਕੋਈ ਫਾਇਦਾ ਨਹੀਂ ਹੈ ਨੁਕਸਾਨ ਹੀ ਨੁਕਸਾਨ ਹੈ ਤੁਹਾਡਾ ਪੈਸਾ ਜ਼ਿਆਦਾ ਲੱਗਦਾ ਹੈ ਖਰਚਾ ਜ਼ਿਆਦਾ ਹੁੰਦਾ ਹੈ ਤੁਹਾਡੀ ਕੋਈ ਪ੍ਰਾਈਵੇਸੀ ਹੈ ਨਹੀਂ ਤੁਸੀਂ ਕੋਈ ਗੱਲ ਨਹੀਂ ਲੁਕੋ ਸਕਦੇ ਕੱਲ ਨੂੰ ਜਿਹੜਾ ਬੰਦਾ ਉਹ ਸਾਰੇ ਤੁਹਾਡੀ ਘਰ ਦੀ ਗੱਲ ਬਾਹਰ ਦੱਸਦਾ ਹੈ ਕਦੇ ਘਰੇ ਤੁਹਾਡੇ ਲੜਾਈ ਵੀ ਹੋ ਜਾਂਦੀ ਹੈ ਕਦੇ ਕੋਈ ਹੋਰ ਗੱਲ ਵੀ ਹੋ ਜਾਂਦੀ ਹੈ ਬਟ ਹਾਂ ਇਹਦੇ ਬਿਨਾਂ ਸਰਦਾ ਵੀ ਨਹੀਂ ਇੱਕ ਤਾਂ ਹਾਲਾਤ ਕੁਝ ਐਸੇ ਹੈ ਤੇ ਕੁਝ ਮੇਰਾ ਖਿਆਲ ਜਿਹੜੇ ਪੰਜਾਬ ਦੇ ਲੋਕ ਹੈ ਨਾ ਮੈਨੂੰ ਯਾਦ ਹੈ ਇੱਕ ਵਾਰੀ ਕੋਈ ਲੀਡਰ ਨੇ ਆਉਣਾ ਸੀ ਕਾਫੀ ਵੱਡੇ ਨੇ ਚੀਫ ਮਿਨਿਸਟਰ ਲੈਵਲ ਦਾ ਲੀਡਰ ਸੀਗਾ ਸੋ ਮੈਨੂੰ ਕਹਿੰਦੇ ਕਿ ਉਹ ਇਲੈਕਸ਼ਨਾਂ 'ਤੇ ਭੇਜ ਦਈਏ ਮੈਂ ਕਿਹਾ ਜੀ ਨਾ ਭੇਜਿਓ ਬਿਕੋਜ਼ ਉਹ ਬਹੁਤ ਸਾਦਗੀ ਰਹਿੰਦੇ ਉਹਨਾਂ ਦੇ ਨਾਲ ਕੋਈ ਗਨਮੈਨ ਚਾਮ ਦਾਮ ਨਹੀਂ 25-40 ਗੱਡੀਆਂ ਮੈਂ ਕਿਹਾ ਕਿਸੇ ਨੇ ਇੱਥੇ ਮੰਨਣਾ ਹੀ ਨਹੀਂ ਗਿੱਦੜ ਵਿੱਚ ਵੀ ਇਹ ਚੀਫ ਮਿਨਿਸਟਰ ਹੈ ਸੋ ਇਹ ਵੀ ਪੰਜਾਬ ਦੇ ਲੋਕ ਜਿਹੜੇ ਆ ਨਾ ਭਾਲਦੇ ਆਪਣੇ ਏਰੀਆ ਦਾ ਤੁਸੀਂ ਦੇਖੋ ਨਾ ਤੁਸੀਂ ਮੈਂ ਟੋਲ ਤੇ ਕਈ ਵਾਰੀ ਜਾਂਦੇ ਆ ਤੁਸੀਂ ਦੇਣ ਤੇ ਤੁਸੀਂ ਕਹਿ ਦਿਓ ਜੇ ਐਮਐਲਏ ਤੁਹਾਨੂੰ ਗੇਟ ਹੀ ਨਹੀਂ ਖੋਲਦਾ ਯਾਰ ਪਹਿਲਾਂ ਕਾਰਡ ਵੇਖੋ ਫਲਾਂ ਪਰ ਜੇ 2 ਸਿਪਾਹੀ ਬੈਠੇ ਅੱਗੇ ਹੋਏ ਨਾ ਖੜਾਕ ਲਾਈਨ 'ਚ ਕੌਣ ਲੱਗਦਾ ਹੈ ਨਾਰਮਲ ਬੰਦਾ ਵੀ ਲੱਗਦਾ ਕਈ ਵਾਰੀ ਟ੍ਰੈਫਿਕ 'ਚ ਤੁਹਾਡੀ ਗੱਡੀ ਖੜੀ ਹੈ ਤੁਸੀਂ ਲਾਈਨ 'ਚ ਲੱਗੀਆਂ ਲਿਆ ਕੇ ਆਟੋ ਰਿਕਸ਼ਾ ਜਾਂ ਹੋਰ ਕੋਈ ਵਿੱਚ ਜਾਣ ਕੇ ਵਿੱਚ ਚੜਾ ਦੂਗਾ ਅੱਗੋਂ ਲੈ ਕੇ ਬਿਨਾਂ ਫਿਰ ਉਦੋਂ ਮਹਿਸੂਸ ਕਰੀਦਾ ਨਹੀਂ ਭਾਈ ਤੁਹਾਡੀ ਕੋਈ ਗੱਡੀ ਹੁੰਦੀ ਨਾਲ ਤਾਂ ਉਹ ਤੁਹਾਨੂੰ ਨਾਲ ਦੀ ਨਾਲ ਕੱਢ ਕੇ ਲੈ ਜਾਂਦੀ ਸੋ ਇਹ ਸਾਰਾ ਸਿਸਟਮ ਐਸਾ ਬਣਾ ਦਿੱਤਾ ਅਦਰਵਾਈਜ਼ ਯੂ ਡੋਂਟ ਨੀਡ ਦੈਟ ਇਹ ਜਿਹੜਾ ਚੰਗਾ ਲੱਗਦਾ ਜੇ ਤੁਸੀਂ ਇਕੱਲੇ ਸਿੰਪਲ ਤੁਰੇ ਜਾਓ ਤੇ ਤੁਹਾਡੀ ਗੱਲਬਾਤ ਸੁਣੀ ਜਾਓ ਰਾਜੇ ਦੇ ਸ਼ੌਂਕ ਕੀ ਹੈ ਕੀ ਖੇਡਦੇ ਹੋ ਕੁਛ ਜਾਂ ਹੁਣ ਵੀ ਖੇਡਦੇ ਹੋ ਕੁਛ ਕਰਦੇ ਹੋ ਸ਼ੌਂਕ ਕੀ ਨਹੀਂ ਮੈਂ ਯੋਗਾ ਕਰਦਾ ਸੁਬਾਹ ਵਾਕ ਕਰਨਾ ਮੇਰਾ ਸ਼ੌਂਕ ਹੈਗਾ ਚੰਗੇ ਕੱਪੜੇ ਲੀੜੇ ਪਾਉਣਾ ਮੇਰਾ ਸ਼ੌਂਕ ਹੈਗਾ ਸ਼ੂਜ਼ ਚੰਗੇ ਪਾਉਣਾ ਮੇਰਾ ਸ਼ੌਂਕ ਹੈਗਾ ਸੋ ਐਂਡ ਲੋਕਾਂ ਨੂੰ ਵੱਧ ਤੋਂ ਵੱਧ ਮਿਲਣਾ ਖੇਡਣ ਬਾਰੇ ਪੁੱਛ ਰਿਹਾ ਮੈਂ ਕੀ ਖੇਡਦੇ ਹੋ ਪਹਿਲਾਂ ਖੇਡਦੇ ਰਹੇ ਨਾਓ ਆਈ ਡੋਂਟ ਪਲੇ ਨਾ ਹੁਣ ਖੇਡਣ ਦਾ ਮੇਰੇ ਖਿਆਲ ਹੁਣ ਆ ਜਿਹੜੀ ਖੇਡ ਰਹੇ ਇਹੀ ਖੇਡ ਲਈਏ ਤਾਂ ਬਿਹਤਰ ਹੈ ਉਹ ਖੇਡਣ ਦਾ ਸਮਾਂ ਨਹੀਂ ਫਿਲਮਾਂ ਵੀ ਨੇ ਬਹੁਤ ਘੱਟ ਟੀਵੀ ਬਹੁਤ ਘੱਟ ਵੀ ਫਿਲਮਾਂ ਬਹੁਤ ਘੱਟ ਵੈਬ ਸੀਰੀਜ਼ ਨਹੀਂ ਬਹੁਤ ਘੱਟ ਸਮਾਂ ਨਹੀਂ ਬੁੱਕਸ ਬਹੁਤ ਵੈਰੀ ਰੇਅਰ ਕਿਸੇ ਨੇ ਕਹਿ ਤਾ ਕਿ ਬਹੁਤ ਚੰਗੀ ਬੁੱਕ ਹੈ ਤਾਂ ਉਹਦੇ ਤੇ ਫਿਰ ਕਈ ਦਿਨ ਲਾ ਕੇ ਮੱਥਾ ਜਾ ਮਾਰ ਲੈਂਦੇ ਬਟ ਉਹ ਬੁੱਕ ਪੂਰੀ ਨਹੀਂ ਹੋਣ ਚਾਹੁੰਦੀ ਕਿ ਪੜ੍ਹਦਾ ਮੇਰੇ ਕਹਿਣ ਦਾ ਮਤਲਬ ਕਿ ਜਿਹੜੀ ਸੱਚੀ ਗੱਲ ਹੈ ਕ੍ਰੀਏਟਿਵ ਕੰਮ ਕੀ ਕਰਦੇ ਹੋ ਮੈਂ ਇਹ ਪੁੱਛ ਰਿਹਾ ਜ਼ਿੰਦਗੀ 'ਚ ਨਿੱਜੀ ਜ਼ਿੰਦਗੀ 'ਚ ਕ੍ਰੀਏਟਿਵ ਕੰਮ ਕੀ ਕਰਦੇ ਹੋ ਖੇਡਣ ਨੂੰ ਲੈ ਕੇ ਫਿਲਮਾਂ ਨੂੰ ਲੈ ਕੇ ਨਹੀਂ ਮੈਨੂੰ ਆਪਦੇ ਨਾ ਮੈਨੂੰ ਜਦੋਂ ਮੈਂ ਆਪਦੇ ਘਰ ਹੁੰਦਾ ਤੇ ਮੈਨੂੰ ਲੱਗਦਾ ਕਿ ਮੈਨੂੰ ਅੱਜ ਕੋਈ ਬੁਲਾਵੇ ਨਾ ਮੈਂ ਘਰ ਦੇ ਜਿਹੜਾ ਸਾਰਾ ਸੈਟਅਪ ਮਗਰ ਬੂਟੇ
ਪੌਦੇ ਸਾਰੀਆਂ ਚੀਜ਼ਾਂ ਆਰਗੇਨਾਈਜ਼ ਕਰਨੀਆਂ ਘਰ ਦੀਆਂ, ਆਹ ਫਲਾਂ ਟੁੱਟਿਆ ਪਿਆ, ਆਹ ਦੇਖਣ ਵਾਲਾ ਹੈ। ਸੋ ਮੈਂ ਹੁਣ ਕਦੇ ਕਦਾਈ ਉਹ ਕੰਮ ਕਰ, ਵਾਲਪੇਪਰ ਵੀ ਬੂਟਿਆਂ ਵਾਲੇ ਲਓ। ਅਦਰਵਾਈਜ਼ ਤਾਂ ਮੇਰੇ ਕੋਲੇ, ਮੈਂ ਖੇਤ ਹੀ ਨਹੀਂ ਗਿਆ, 20 ਸਾਲ ਹੋ ਗਿਆ। ਬੂਟਿਆਂ ਦੀ ਗੱਲ ਕੀਤੀ, ਮੈਂ ਕਿਹਾ ਵਾਲਪੇਪਰ ਵੀ ਫੁੱਲਾਂ ਵਾਲੇ ਲਵਾਏ ਹੋਏ ਆ। ਹਾਂ ਨਹੀਂ, ਇਹ ਤਾਂ ਮੇਰੀ ਘਰ ਵਾਲੀ ਦਾ ਕੰਮ ਹੈ। ਅੱਛਾ ਜੀ। ਮੇਰਾ ਕੰਮ ਨਹੀਂ ਹੈ। ਪਰ ਹਾਂ, ਮੈਨੂੰ ਘਰੇ ਕੋਈ ਚੀਜ਼ਾਂ ਇੱਧਰ ਉੱਧਰ ਆਪਦੀਆਂ ਆਰਗੇਨਾਈਜ਼ ਕਰਨੀਆਂ, ਉਹ ਹੁਣ ਮੈਂ ਉਹਨਾਂ ਕੁ ਹੁਣ ਮੇਰਾ ਸ਼ੌਂਕ ਰਹਿ ਗਿਆ। ਹੁਣ ਕਿੱਧਰ ਜਾਣਾ? ਨਾ, ਮੈਂ ਕਿਸੇ ਦੇ ਘਰ ਜਾਣਾ, ਕਿਸੇ ਨੂੰ ਮਿਲਣ ਵਾਸਤੇ, ਕਿਉਂਕਿ ਅੱਜ ਕੱਲ ਹਰ ਵਿਅਕਤੀ ਨੂੰ ਮਿਲਣਾ, ਗਿਲਣਾ, ਗੱਲਬਾਤ ਸੁਣਨੀ, ਉਹਨਾਂ ਤੋਂ ਪੁੱਛਣਾ ਪੁਛਾਉਣਾ। ਪੁਰਾਣੇ ਫਰੈਂਡਸ ਮਿਲਦੇ ਆ, ਪੁਰਾਣੇ ਦੋਸਤ, ਪੁਰਾਣੇ ਜਿਹੜੇ ਹਾਂ ਖੇਡਦੇ ਹੁੰਦੇ ਸੀ ਛੋਟੇ ਹੁੰਦੇ, ਮਿਲਦੇ ਜਿਹੜੇ ਨਾਲ ਸ਼ਰਾਰਤਾਂ ਕਰਦੇ ਸੀ। ਬਹੁਤ ਸਾਰੇ ਐਸੇ ਸਾਥੀ ਹੈਗੇ ਆ ਜਿਨ੍ਹਾਂ ਨਾਲ ਮਿਲਦੇ ਗਿਲਦੇ ਰਹਿੰਦੇ ਆ, ਗੱਲਬਾਤ ਕਰਦੇ ਰਹਿੰਦੇ ਜੀ। ਠੀਕ ਹੈ ਵੜਿੰਗ ਸਾਹਿਬ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਸੋਹਣੀਆਂ ਗੱਲਾਂ ਹੋਈਆਂ ਆਪਣੀਆਂ। ਬੋਰ ਤਾਂ ਨਹੀਂ ਹੋਈ? ਗੱਲਾਂ ਨਾ ਬੋਰ, ਸਿਮਰ ਨਾਲ ਕੋਈ ਬੰਦਾ ਬੋਰ ਹੋ ਸਕਦਾ ਨਹੀਂ। ਇੰਨਾ ਮਿੱਠਾ ਤੇ ਪਿਆਰਾ ਨੌਜਵਾਨ ਸਾਥੀ ਹੈ। ਕਈ ਵਾਰੀ ਨਾ ਸਾਥੀ ਨਾ ਕਹੋ ਤੁਸੀਂ, ਕੋਈ ਕਹੂਗਾ ਰਾਜਾ ਵੜਿੰਗ ਲਾਲ ਪੱਗ ਬੰਨੀ ਕਾਮਰੇਡ ਹੈ। ਨਹੀਂ, ਕੁਝ ਬੰਦਿਆਂ ਨੂੰ ਵੇਖ ਕੇ ਨਾ ਤੁਹਾਡੀ ਰੂਹ ਖੁਸ਼ ਹੁੰਦੀ ਹੈ। ਸੋ ਵਾਹਿਗੁਰੂ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ, ਤੁਹਾਡੇ ਚਿਹਰੇ ਨੂੰ ਇਹ ਬਖਸ਼ਿਸ਼ ਸੱਚੇ ਪਾਤਸ਼ਾਹ ਦੀ ਹੈ। ਧੰਨਵਾਦ ਜੀ। ਤੇ ਨਵਾਂ ਸਟਾਈਲ ਆ ਜਿਹੜਾ, ਇਹ ਵੀ ਉਹ ਪੁਰਾਣੇ ਜਿਹੜੇ ਸਿੰਗਰ, ਉਹ ਮਾਈਕ ਲਾ ਕੇ ਅੱਗੇ ਜਿਹੜਾ ਦੂਜਾ ਹੁੰਦਾ ਸੀ। ਸੋ ਇਹ ਚੰਗੀ ਗੱਲ ਹੈ, ਇਸ ਤਰ੍ਹਾਂ ਦਾ ਤੁਸੀਂ ਕਰਦੇ ਹੋ। ਮੈਂ ਕਹਿ ਰਿਹਾ ਸੀ, ਮੈਂ ਕਿਹਾ ਵੀ ਕੋਈ ਐਂ ਨਾ ਕਹਦੇ ਰਾਜਾ ਵੜਿੰਗ ਕਾਮਰੇਡਾ ਸਾਥੀ ਕਹਿ ਰਹੇ ਨੇ, ਤੁਸੀਂ ਪੱਗ ਵੀ ਲਾਲ ਬੰਨਣੀ। ਇਹ ਮੇਰੀ ਵਾਈਫ ਨੂੰ ਮੈਂ ਕਹਿ ਦਿੰਦਾ ਕਿ ਪੱਗ ਦੇ ਭਾਈ ਕਲਰ ਕੂਲਰ ਉਹ ਲਿਆਉਂਦੇ ਆ, ਪਰ ਜਿਹੜਾ ਲਿਆਉਂਦੇ ਫਿਰ ਉਹ ਕਰ ਲੈਂਦੇ। ਸ਼ੁਕਰੀਆ ਜੀ, ਥੈਂਕ ਯੂ। ਤਾਂ ਇਹ ਸੀਗੇ ਅਮਰਿੰਦਰ ਸਿੰਘ ਰਾਜਾ ਵੜਿੰਗ। ਬਹੁਤ ਹੀ ਪਿਆਰੀਆਂ ਜਿਹੀਆਂ ਗੱਲਾਂ ਕੀਤੀਆਂ ਇਹਨਾਂ ਦੇ ਨਾਲ, ਇਹਨਾਂ ਦੀ ਲਾਈਫ ਨੂੰ ਲੈ ਕੇ, ਇਹਨਾਂ ਦੀ ਸਟਰਗਲ ਨੂੰ ਲੈ ਕੇ, ਜੋ ਸਟਰਗਲ ਇਹਨਾਂ ਨੇ ਕੀਤੀ ਹੈ। ਭਾਵੁਕ ਵੀ ਹੋਏ ਆਪਣੇ ਮਾਤਾ ਜੀ ਨੂੰ ਯਾਦ ਕਰਕੇ। ਹੋਰ ਵੀ ਕਈ ਗੱਲਾਂ ਇਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਅੱਜ ਦਾ ਪੋਡਕਾਸਟ ਤੁਹਾਨੂੰ ਕਿਵੇਂ ਲੱਗਿਆ, ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਮੈਨੂੰ ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।